सतनाम श्री वाहिगुरु साहिब जीओ। नमस्तं निरसाके नमस्तं निर्वाके नमस्तं रहीमे नमस्तं करीमे नमस्तं अनंते नमस्तं महंते नमस्त सतरागे नमस्तं सुहागे नमो सर्वसोकं नमो सर्वपोकं नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले नमो जोग जोगे नमो भोग भोगे नमो सर्वदयाले नमो सर्वपाले। वाहिगुरु जी का खालसा वाहिगुरु जी की फतेह। परम सत्कार ते सन्मानयोग चवर छत्र तखत दे मालक जुगो जुग अटल सर्व संजीवालता दे पैगंबर दीन अते दुनिया दे राखे मनुखता दे सांझे रहबर गुरता गद्दी ते सुभाईमान हलत पलत के रखियक धन 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 साहिब श्री गुरु ग्रंथ साहिब जी महाराज। सतगुरां दी अपार किरपा बख्शिश रहमत हुई जिस करके आपां सारे ही अमृत वेले दे दीवानां च गुरु चरनां विच जुड़ मिल बैठ के अपना मनुखा जीवन सफल कर रहे हैं। बहुत प्यार सत्कार अदब नाल आप जियां ने इलाही गुरबाणी दे कीर्तन सरवण कीते नितनेम सरवण कीते तन मन धन नाल सेवा करके अपना जीवन सफल कर रहे हो। कन्नां दे नाल सरवण करके सरवण भगती कर रहे हो। नेत्रां दे नाल गुरु और संगत दे दर्शन करके अपने नेत्र सफल कर रहे हो। पैरां नाल गुरु घर चल के आए हो पैर भी सफल होए ने। जिन्हां जिन्हां ने नाल सेवा कीती है उन्हां दे हथ भी सफल हो गए। यही नेम साडा बनिया रवे सतगुरु निभाउण। एक दिन अखां राहीं एक दिन कन्नां राहीं कदे समा बनेगा कि गुर शब्द साडे अंदर वस जाएगा। साडी जिंदगी च गुर प्रसाद वरत जाएगा। साडा मनुखा जीवन सफल हो जाएगा। जो साडा मेन मनोरथ मेन मकसद है इस दुनिया ते आउण दा सतगुरु बख्शिश करन सारियां दी सांझ परमेश्वर नाल बने। धन धन साहिब श्री गुरु गोबिंद सिंह साहब सच्चे पातशाह जी ने महान बख्शिशां विचों
ਸ਼੍ਰੀ ਜਾਪ ਸਾਹਿਬ ਦੀ ਬਾਣੀ ਸਾਨੂੰ ਬਖਸ਼ਿਸ਼ ਰੂਪ ਵਿੱਚ ਦਿੱਤੀ। ਇੱਕ ਬਾਣੀ ਦਾ ਨਾਮ ਤਾਂ ਅਕਾਲ ਉਸਤਤ ਹੀ ਰੱਖਿਆ ਉਹਨਾਂ ਨੇ। ਜਾਪ ਸਾਹਿਬ ਦੇ ਵਿੱਚ ਵੀ ਅਸੀਂ ਪਰਮੇਸ਼ਰ ਨੂੰ ਨਮਸਕਾਰਾਂ ਕਰ ਰਹੇ ਹਾਂ। ਜਿਸ ਬਾਣੀ ਦਾ ਸਿਰਲੇਖ ਅਕਾਲ ਉਸਤਤ ਹੈ, ਅਕਾਲ ਪਰਮਾਤਮਾ, ਪਰਮਾਤਮਾ ਦੀ ਉਸਤਤ, ਕਿੰਨੇ ਚਾਅ ਵਿੱਚ, ਕਿੰਨੇ ਵਜਦ ਵਿੱਚ, ਕਿੰਨੇ ਵਿਸਮਾਦ ਵਿੱਚ, ਕਿੰਨੇ ਨਸ਼ੇ ਸਰੂਰ ਵਿੱਚ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਉਸ ਅਕਾਲ ਦੀਆਂ ਸਿਫਤਾਂ ਕਰਦੇ ਨੇ, ਉਹਨੂੰ ਨਮਸਕਾਰਾਂ ਕਰਦੇ ਨੇ। ਔਰ ਇਸ ਪਾਵਨ ਬਾਣੀ ਦੇ ਜ਼ਰੀਏ ਸਾਨੂੰ ਵੀ ਨਮਸਕਾਰ ਕਰਨ ਲਈ ਸਤਿਗੁਰਾਂ ਨੇ ਇਹ ਸਾਡੀ ਸਹੂਲਤ ਪੈਦਾ ਕਰ ਦਿੱਤੀ। ਸਾਡੇ ਨਿਤਨੇਮ ਦਾ ਹਿੱਸਾ ਇਹ ਬਾਣੀ ਬਣ ਗਈ ਕਿ ਹਰ ਰੋਜ਼ ਉਸ ਪਰਮਾਤਮਾ ਨੂੰ ਨਮਸਕਾਰਾਂ ਕਰ, ਅਕਾਲ ਪੁਰਖ ਨੂੰ ਨਮਸਕਾਰਾਂ ਕਰ, ਉਸ ਵਾਹਿਗੁਰੂ ਪਰਮੇਸ਼ਰ ਨੂੰ ਨਮਸਕਾਰਾਂ ਕਰ। ਕਿਉਂ ਕਰਨੀਆਂ? ਨਾਲ ਨਾਲ ਗੁਣ ਦੱਸ ਰਹੇ ਆ, ਉਸ ਪਰਮਾਤਮਾ ਦੀਆਂ ਸਿਫਤਾਂ ਕਰ ਰਹੇ ਆ, ਉਸ ਪਰਮੇਸ਼ਰ ਦੇ ਗੁਣ ਸਾਡੇ ਸਾਹਮਣੇ ਰੱਖ ਰਹੇ ਆ। ਤੇ ਜਦੋਂ ਉਹਨਾਂ ਗੁਣਾਂ ਨੂੰ, ਉਹਨਾਂ ਸਿਫਤਾਂ ਨੂੰ ਅਸੀਂ ਵਿਚਾਰਦੇ ਹਾਂ ਔਰ ਪੂਰੀ ਗਹਿਰਾਈ ਦੇ ਵਿੱਚ ਨਜ਼ਰ ਮਾਰ ਕੇ ਵੇਖਦੇ ਹਾਂ, ਨਹੀਂ ਸਮਝ ਲੱਗਦੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛਦੇ ਹਾਂ। ਸਤਿਗੁਰੂ ਬੜੇ ਪਿਆਰੇ ਪ੍ਰਮਾਣ ਦੇ ਕੇ ਉਸ ਗੱਲ ਨੂੰ ਤਸਦੀਕ ਕਰ ਦਿੰਦੇ ਨੇ। ਫਿਰ ਖੁਦ ਬ ਖੁਦ ਜਿਹੜਾ ਮਨ ਹੈ, ਅੰਤਰ ਆਤਮਾ ਹੈ, ਜੀਵੜਾ ਹੈ, ਉਹ ਸੁਰਤ ਕਰਕੇ ਝੁੱਕ ਕੇ ਉਸ ਪਰਮਾਤਮਾ ਨੂੰ ਡੰਡੌਤ ਕਰਦਾ ਹੈ, ਨਮਸਕਾਰ ਕਰਦਾ ਹੈ। ਉਸ ਪਰਮਾਤਮਾ ਨੂੰ ਧੰਨ ਕਹਿੰਦਾ ਹੈ ਔਰ ਉਹਦਾ ਧੰਨਵਾਦ ਕਰਦਾ ਹੈ। ਆਪਣੀ ਖੁਸ਼ਕਿਸਮਤੀ ਔਰ ਆਪਾਂ ਵਡਭਾਗੇ ਹਾਂ ਜਿਨ੍ਹਾਂ ਨੂੰ ਇੰਨੇ ਸੌਖੇ ਤਰੀਕੇ ਨਾਲ ਉਸ ਪਰਮੇਸ਼ਰ ਨਾਲ ਗੁਰੂ ਸਾਹਿਬ ਨੇ ਜੋੜਿਆ। ਕੋਈ ਵੀ ਧੁਰ ਕੀ ਬਾਣੀ ਦਾ ਸ਼ਬਦ ਪੜ੍ਹਦੇ ਹਾਂ, ਉਹ ਸ਼ਬਦ ਸਾਨੂੰ ਪਰਮਾਤਮਾ ਨਾਲ ਜੋੜ ਦਿੰਦਾ ਹੈ। ਕੋਈ ਵੀ ਸਤਿਗੁਰਾਂ ਦਾ, ਭਗਤ ਜਨਾਂ ਦਾ, ਭੱਟਾਂ ਦਾ ਸ਼ਬਦ ਪੜ੍ਹਦੇ ਹਾਂ, ਉਹ ਸੁਨੇਹਾ ਪਰਮਾਤਮਾ ਦੇ ਘਰ ਦਾ ਹੀ ਦਿੰਦਾ ਹੈ। ਔਰ ਸ਼੍ਰੀ ਜਾਪ ਸਾਹਿਬ ਦੀ ਬਾਣੀ ਇਹ ਤਾਂ ਬਾਰੰਬਾਰ ਬਾਰ ਪ੍ਰਭ ਜਪੀ ਹੈ, ਅਨਕ ਬਾਰ ਡੰਡੌਤ ਬੰਧਨ ਅਨਕ ਬਾਰ। ਇੱਥੇ ਤਾਂ ਅਣਗਿਣਤ ਵਾਰ ਉਸ ਪਰਮਾਤਮਾ ਨੂੰ ਡੰਡੌਤ ਨਮਸਕਾਰ ਹੋ ਰਹੀ ਹੈ। ਨਮਸਕਾਰ ਤਾਂ ਕੋ ਲੱਖ ਬਾਰ। ਬੜਾ ਸੌਖਾ ਰਸਤਾ ਮਹਾਰਾਜ ਨੇ ਦਿੱਤਾ ਉਸ ਪਰਮਾਤਮਾ ਨੂੰ ਨਮਸਕਾਰ ਕਰਨ ਦਾ, ਉਸ ਪਰਮਾਤਮਾ ਨੂੰ ਮੱਥਾ ਟੇਕਣ ਦਾ। ਕੱਲ ਸ਼ਬਦ ਆਏ ਸੀ ਨਮਸਤੰ ਜਰਾਰੰ। ਪਰਮਾਤਮਾ ਬੁਢਾਪੇ ਦਾ ਵੈਰੀ ਹੈ, ਉਹਨੂੰ ਬੁਢਾਪਾ ਪਾਉਂਦਾ ਨਹੀਂ, ਉਹਦੇ ਤੇ ਬੁਢਾਪਾ ਆਉਂਦਾ ਨਹੀਂ। ਨਮਸਤੰ ਕਿਰਤਾਰੰ, ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਸਿਰਜਣਹਾਰ ਹੈ, ਇਸ ਲਈ ਨਮਸਕਾਰ। ਨਮੋ ਸਰਬ ਧੰਦੇ ਹਉ ਮੂਰਖ ਕਾਰੈ ਲਾਇਆ। ਹਰ ਇੱਕ ਨੂੰ ਪਰਮਾਤਮਾ ਨੇ ਕਿਸੇ ਨਾ ਕਿਸੇ ਧੰਦੇ ਤੇ ਲਾਇਆ, ਉਹ ਸਾਰਿਆਂ ਵਿੱਚ ਵਰਤ ਕੇ ਸਾਰੇ ਧੰਦੇ ਆਪ ਹੀ ਚਲਾ ਰਿਹਾ। ਨਮੋ ਸਤ ਅਬੰਦੇ। ਦੁਨੀਆ ਦੇ ਵਿੱਚ ਜਿੰਨੀ ਮਨੁੱਖਾ ਸ਼੍ਰੇਣੀ ਹੈ, ਇਹ ਸਾਰੀ ਬੰਧਨਾਂ 'ਚ ਪਈ ਹੋਈ ਹੈ। ਚਿੜੀਆ ਘਰਾਂ ਵਿੱਚ ਜਾ ਕੇ ਵੇਖੋ, ਕਿੰਨੇ ਵੱਡੇ ਵੱਡੇ ਤਾਕਤਵਰ ਜਾਨਵਰ ਉਹ ਵੀ ਬੰਧਨ 'ਚ ਨੇ, ਪਿੰਜਰਿਆਂ 'ਚ ਨੇ। ਵੱਡੇ ਵੱਡੇ ਜਾਨਵਰਾਂ ਨੂੰ ਲੋਕ ਵਸ ਵਿੱਚ ਕਰ ਲੈਂਦੇ ਆ, ਹਾਥੀ ਤੱਕ ਨੂੰ ਵਸ ਵਿੱਚ ਕੀਤਾ ਹੋਇਆ, ਸ਼ੇਰਾਂ ਨੂੰ ਪਿੰਜਰਿਆਂ 'ਚ ਡੱਕਿਆ ਹੋਇਆ, ਸੱਪਾਂ ਨੂੰ, ਅਜਗਰ
ਜਿਹੜੇ ਵੱਡੇ ਵੱਡੇ ਨਾਗ ਨੇ, ਸਰਾਲ ਹੈ, ਉਹਨਾਂ ਨੂੰ ਵੀ ਬੰਧਨ ਪਾਏ ਹੋਏ ਆ ਮਨੁੱਖ ਨੇ। ਹਰ ਕੋਈ ਬੰਧਨ 'ਚ ਹੈ। ਫਰਕ ਇੰਨਾ ਹੀ ਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਇਹ ਬੰਧਨ ਟੁੱਟਣਾ ਕਿਵੇਂ ਹੈ। ਉਹਨਾਂ ਕੋਲੇ ਕੋਈ ਚਾਂਸ, ਕੋਈ ਆਪਸ਼ਨ ਹੈ ਹੀ ਨਹੀਂ। ਜੇ ਕਥਾ ਵੀ ਉਹਨਾਂ ਨੂੰ ਸੁਣਾਈਏ ਕੋਈ ਫਰਕ ਨਹੀਂ ਪੈਣਾ, ਸਮਝ ਹੀ ਨਹੀਂ ਆਉਣਾ ਕੁਛ। ਕੋਈ ਹੋਰ ਵੀ ਉਹਨਾਂ ਨੂੰ ਸਿੱਖਿਆ ਦੇਵੇ, ਦੇਣ ਦੀ ਕੋਸ਼ਿਸ਼ ਕਰੇ ਕਿਸੇ ਹੋਰ ਭਾਸ਼ਾ ਵਿੱਚ, ਕਿਸੇ ਹੋਰ ਤਰੀਕੇ ਨਾਲ, ਉਹਨਾਂ ਨੂੰ ਫਿਰ ਵੀ ਸਮਝ ਨਹੀਂ ਲੱਗਣੀ। ਕਈ ਵਾਰ ਐਸਾ ਹੁੰਦਾ ਸਾਰੀ ਸਾਰੀ ਜ਼ਿੰਦਗੀ ਉਹਨਾਂ ਦੀ ਬੰਧਨਾਂ 'ਚ ਹੀ ਲੰਘ ਜਾਂਦੀ ਹੈ। ਅਸੀਂ ਉਹਨਾਂ ਜਾਨਵਰ, ਪਸ਼ੂ ਪੰਛੀਆਂ ਨਾਲੋਂ ਇਸ ਗੱਲ ਕਰਕੇ ਮਹਾਨ ਆ ਕਿ ਸਾਨੂੰ ਇੱਕ ਤਾਂ ਗੁਰੂ ਸਾਹਿਬ ਨੇ ਇਹ ਦੱਸ ਦਿੱਤਾ ਕਿ ਬੰਧਨ ਕੀ ਕੀ ਨੇ, ਦੂਜਾ ਇਹ ਦੱਸ ਦਿੱਤਾ ਇਹ ਬੰਧਨ ਕੱਟੇ ਕਿਵੇਂ ਜਾਣੇ ਆ। ਸੁਖਮਨੀ ਸਾਹਿਬ ਵਿੱਚ ਤੁਸੀਂ ਬੜੀ ਵਾਰ ਪੜ੍ਹਿਆ ਸੁਣਿਆ, ਸਤਿਗੁਰ ਸਿੱਖ ਕੇ ਬੰਧਨ ਕੱਟੇ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਇਕੱਲੇ ਬੰਧਨ ਨਹੀਂ ਕੱਟਦਾ, ਉਹ ਜੀਦਾਰੀ ਨਾਲ, ਰੂਹ ਨਾਲ ਆਪਣੇ ਸਿੱਖ ਦੀ ਪ੍ਰਤਪਾਲਣਾ ਵੀ ਕਰਦਾ ਹੈ। ਮਨ ਤੋਂ ਆਪਣੇ ਸਿੱਖ ਦਾ ਖਿਆਲ ਰੱਖਦਾ ਹੈ। ਗੁਰੂ ਫਾਰਮੈਲਿਟੀ ਨਹੀਂ ਕਰਦਾ ਕਦੇ। ਆਪਾਂ ਤਾਂ ਕਈ ਵਾਰ ਕਰ ਜਾਂਦੇ ਹਾਂ ਫਾਰਮੈਲਿਟੀ, ਪਰ ਉਹ ਨਹੀਂ ਕਰਦਾ। ਪਰ ਨਾਲ ਸਿੱਖ ਸ਼ਬਦ ਵੀ ਆ। ਸਿੱਖ ਦੇ ਅਰਥ ਹੁੰਦੇ ਆ ਜਿਹਨੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲਿਆ, ਜਿਹਦੇ ਅੰਦਰ ਗੁਰੂ ਦੀ ਸਿੱਖਿਆ ਵਸ ਗਈ। ਗੱਲੀ ਬਾਤੀ ਸਿੱਖ ਨਹੀਂ। ਉਹ ਕਿਸੇ ਨੂੰ ਹੋਰ ਤਾਂ ਗੁੰਮਰਾਹ ਕਰ ਸਕਦਾ, ਗੁਰੂ ਨੂੰ ਗੁੰਮਰਾਹ ਨਹੀਂ ਕੀਤਾ ਜਾਣਾ। ਕੋਈ ਵੱਡਾ ਭੇਖ ਪਾ ਕੇ ਕਵੇ ਮੇਰੇ ਵਰਗਾ ਸਿੱਖ ਨਹੀਂ, ਗੁਰੂ ਸਾਹਿਬ ਜਾਣਦੇ ਆ। ਔਰ ਮਹਾਰਾਜ ਕਹਿੰਦੇ ਹਲਤ ਪਲਤ ਜੇ ਮੈਂ ਸਵਾਰਦਾ ਤਾਂ ਸਿੱਖ ਦਾ, ਬੰਧਨ ਕੱਟਦਾ ਤਾਂ ਸਿੱਖ ਦੇ, ਜੇ ਵਿਕਾਰਾਂ ਤੋਂ ਹਟਾਉਣਾ ਤਾਂ ਸਿੱਖ ਨੂੰ। ਹੁਣ ਆਪਣੇ ਮਨ 'ਚ ਝਾਤ ਮਾਰਨੀ ਹੋਏਗੀ, ਅਸੀਂ ਉਹ ਜੇ ਸਿੱਖ ਬਣ ਗਏ ਜਿਸ ਸਿੱਖ ਦੀ ਗੱਲ ਸਤਿਗੁਰੂ ਕਰ ਰਹੇ ਆ। ਸਿੱਖਿਆ ਗੁਰੂ ਦੀ ਅਸੀਂ ਧਾਰਨ ਕਰ ਲਈ, ਗੁਰੂ ਦਾ ਉਪਦੇਸ਼ ਸਾਡੇ ਮਨ 'ਚ ਵਸ ਗਿਆ, ਗੁਰੂ ਦੇ ਉਪਦੇਸ਼ ਮੁਤਾਬਕ ਅਸੀਂ ਜਿਉਣਾ ਸ਼ੁਰੂ ਕਰ ਦਿੱਤਾ। ਕਿੰਨੇ ਸਾਲ ਹੋ ਗਏ ਜਪਜੀ ਸਾਹਿਬ ਪੜ੍ਹਦਿਆਂ, ਪੰਜ ਬਾਣੀਆਂ ਪੜ੍ਹਦਿਆਂ, ਰਹਿਰਾਸ ਸਾਹਿਬ ਦਾ ਪਾਠ ਕਰਦਿਆਂ, ਕਿੰਨੇ ਅਣਗਿਣਤ ਹੁਕਮਨਾਮੇ ਸੁਣ ਲਏ। ਕਦੇ ਕੋਈ ਪ੍ਰੈਕਟੀਕਲ ਰੂਪ 'ਚ ਆਪਣੇ ਆਪ ਤੇ ਲਾਗੂ ਹੋਇਆ? ਕਿਸੇ ਵੀ ਅਸੀਂ ਇੱਕ ਬਚਨ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਚੱਲੇ? ਪੜ੍ਹਿਆ ਤਾਂ ਰੋਜ਼ ਹੀ ਹੈ, ਸਾਚਾ ਨਾਮ ਮੇਰਾ ਆਧਾਰੋ, ਪਰ ਕੀ ਉਸ ਨਾਮ ਨੂੰ ਆਧਾਰ ਬਣਾ ਲਿਆ? ਕੀ ਅਵਸਥਾ ਇਵੇਂ ਦੀ ਕਦੇ ਬਣੀ ਆਖਾਂ ਜੀਵਾਂ ਵਿਸਰੈ ਮਰ ਜਾਓ? ਕਿਆਤਮਕ ਤੌਰ ਤੇ ਮੈਂ ਜਿਉਣਾ ਹੀ ਤਾਂ ਜੇ ਤੇਰੀ ਪਰਮਾਤਮਾ ਯਾਦ ਕਹਿ, ਤੂੰ ਭੁੱਲਿਆ ਤੇ ਮੇਰੀ ਆਤਮਕ ਮੌਤ। ਇਸ ਤਰ੍ਹਾਂ ਦਾ ਕਦੇ ਪ੍ਰੈਕਟੀਕਲ ਹੋਇਆ ਜੀਵਨ 'ਚ? ਜੇ ਨਹੀਂ ਹੋਇਆ ਤਾਂ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਬਾਹਰੋਂ ਹੀ ਹੋ ਰਿਹਾ ਸਾਰਾ ਕੁਝ। ਮੱਥਾ ਵੀ ਬਾਹਰ ਟਿਕ ਰਿਹਾ, ਪਰਿਕਰਮਾ ਵੀ ਬਾਹਰ ਹੋ ਰਹੀ ਆ। ਜਿਸ ਮਨ ਨੇ ਮੱਥਾ ਟੇਕਣਾ ਸੀ, ਜਿਸ ਮਨ ਨੇ ਪਰਿਕਰਮਾ ਕਰਕੇ, ਪਰਿਕਰਮਾ ਦਾ ਮਤਲਬ ਕੀ ਹੁੰਦਾ? ਜਿਵੇਂ ਅੱਜ ਵੀ ਤੇ ਪੁਰਾਣੇ ਸਮਿਆਂ 'ਚ ਨੋਟ ਵਾਰ ਕੇ ਸਿੱਟੇ ਜਾਂਦੇ ਸੀ। ਸ਼ਾਇਦ ਮੈਂ ਪਰਸੋਂ ਚੌਥ ਵੀ ਬੇਨਤੀ ਕੀਤੀ ਹੋਵੇ, ਜਿਹੜੀ ਚੀਜ਼ ਵਾਰੀ ਜਾਂਦੀ ਆ ਉਹਦੀ ਅਹਿਮੀਅਤ ਨਹੀਂ ਹੁੰਦੀ, ਜਿਹਦੇ ਉੱਪਰ ਦੀ ਵਾਰੀ ਜਾਂਦੀ ਹੈ ਉਹਦੀ ਅਹਿਮੀਅਤ। ਤਾਂ ਹੀ ਅਸੀਂ ਵਾਰ ਕੇ ਸਿੱਟਦੇ ਹਾਂ ਨਾ। ਜੇ ਅਹਿਮੀਅਤ ਨਾ ਹੋਵੇ ਕਿਉਂ ਵਾਰ ਕੇ ਸਿੱਟੇਗਾ ਕੋਈ? ਪੁਰਾਣੇ ਸਮਿਆਂ 'ਚ ਸ਼ਾਇਦ ਬਜ਼ੁਰਗਾਂ ਨੂੰ ਪਤਾ ਹੋਵੇ, ਲੋਕ ਗਾਵਾਂ ਮੱਝਾਂ ਘੋੜੀਆਂ ਵਾਰ ਕੇ ਸਿੱਟਦੇ ਹੁੰਦੇ ਸੀ। ਪਰਚੀ ਤੇ ਲਿਖ ਦੇਣਾ ਲਵੇਰੀ ਮੱਝ, ਲਵੇਰੀ ਗਾਂ ਜਾਂ ਘੋੜੀ। ਉਹ ਪਰਚੀ ਵਾਰ ਕੇ ਸਿੱਟਣੀ, ਜਿਹਦੇ ਹੱਥ ਲੱਗ ਜਾਣੀ ਉਹ ਪਰਿਵਾਰ ਵਾਲੇ ਦਿੰਦੇ ਸੀ। ਅੱਜ ਸਮਾਂ ਬਦਲਿਆ, ਅੱਜ ਲੋਕ ਨੋਟ ਵਾਰ ਕੇ ਸਿੱਟਦੇ ਆ, ਜਿਹਦੇ ਕੋਲੇ ਜਿੰਨੀ ਹੈਸੀਅਤ ਆ। ਕੋਈ 10 ਦਾ ਨੋਟ, ਕੋਈ 50 ਦਾ, ਕੋਈ 100 ਦਾ, ਕੋਈ 200, ਕੋਈ 500, ਲੋਕ 1000 2000 ਦੇ ਨੋਟ ਵੀ ਸਿੱਟਦੇ ਆ, ਜਿਹਦੀ ਜਿੰਨੀ ਕੁ ਹੈਸੀਅਤ ਹੋਵੇ। ਤੇ ਉਹ ਨੋਟ ਵਾਰ ਕੇ ਸਿੱਟਿਆ ਜਾਂਦਾ ਹੈ ਔਰ ਆਪਣੀ ਈਗੋ ਹੰਕਾਰ ਨੂੰ ਛੱਡ ਕੇ ਸਿੱਟਿਆ ਜਾਂਦਾ ਕਿ ਹੁਣ ਚੱਕਣ ਵਾਲਾ ਚੱਕ ਲਏ। ਉਹਦੇ ਉੱਪਰ ਦੀ ਵਾਰਿਆ ਗਿਆ, ਉਹਦੇ ਉੱਪਰ ਦੀ ਘੁਮਾਇਆ ਗਿਆ।
ਤੇ ਵਾਰ ਕੇ ਸਿੱਟ ਦਿੱਤਾ ਗਿਆ। ਜਿਹਦੇ ਹੱਥ ਲੱਗਿਆ ਉਸੇ ਦਾ ਹੀ ਹੋਇਆ। ਤੇ ਅਸੀਂ ਗੁਰੂ ਸਾਹਿਬ ਕੋਲ ਆਏ, ਮੱਥਾ ਟੇਕਿਆ, ਫਿਰ ਪਰਿਕਰਮਾ ਕੀਤੀ। ਪਰ ਪਰਿਕਰਮਾ ਦਾ ਮਤਲਬ ਕੀ ਹੋਇਆ ਕਿ ਮੈਂ ਆਪਣਾ ਆਪ ਸਤਿਗੁਰੂ ਪਾਤਸ਼ਾਹ ਪਰਿਕਰਮਾ ਕਰਕੇ ਆਪਣਾ ਆਪ ਵਾਰ ਕੇ ਤੇਰੇ ਚਰਨਾਂ ਦੇ ਵਿੱਚ ਰੱਖ ਦਿੱਤਾ, ਹੁਣ ਕਿਰਪਾ ਕਰਕੇ ਚੱਕ ਲਓ। ਔਰ ਮੈਂ ਰੱਖਿਆ ਵੀ ਇਸ ਤਰੀਕੇ ਨਾਲ, ਕਰ ਡੰਡੌਤ ਪੁੰਨ ਵੱਡਾ ਹੈ, ਦੋ ਪੁੰਨ ਵੱਡੇ ਆ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਡੰਡੌਤ ਮਤਲਬ ਡੰਡੇ ਦੀ ਤਰ੍ਹਾਂ ਸਿੱਧਾ ਹੋ ਕੇ, ਮਨ 'ਚ ਕੋਈ ਵਲ ਨਹੀਂ ਰੱਖਿਆ, ਮਨ 'ਚ ਕਿਸੇ ਤਰ੍ਹਾਂ ਦਾ ਕੋਈ ਊਚ ਨੀਚ ਟੋਆ ਟਿੱਬਾ ਰੱਖਿਆ ਹੀ ਨਹੀਂ। ਟੋਏ ਟਿੱਬੇ ਲਾਹੇ, ਸਭ ਕੁਝ ਖਤਮ ਕਰਕੇ ਡੰਡੇ ਦੀ ਤਰ੍ਹਾਂ ਇੱਕਦਮ ਸਿੱਧਾ ਹੋ ਕੇ ਮੈਂ ਆਪ ਜੀ ਦੇ ਚਰਨਾਂ 'ਚ ਆਪਣਾ ਆਪ ਪਰਿਕਰਮਾ ਰੂਪ 'ਚ ਵਾਰ ਕੇ ਤੁਹਾਡੇ ਚਰਨਾਂ ਵਿੱਚ ਰੱਖ ਦਿੱਤਾ। ਇੰਨੀ ਸਮਰਪਣਤਾ ਦੇ ਨਾਲ ਜੇ ਕਿਤੇ ਮੱਥਾ ਟਿਕ ਜਾਏ, ਫਿਰ ਡੰਡਾ ਜਦੋਂ ਆਪਣੇ ਆਪ ਨੂੰ ਮਾਲਕ ਦੇ ਹਵਾਲੇ ਕਰਦਾ, ਫਿਰ ਮਾਲਕ ਦੀ ਮਰਜ਼ੀ ਆ, ਉਸ ਡੰਡੇ ਨੂੰ ਚੱਕ ਕੇ ਕਈ ਵਾਰ ਹੱਥ 'ਚ ਵੀ ਰੱਖਦਾ ਹਰ ਵੇਲੇ, ਕਈ ਵਾਰ ਵਧੀਆ ਥਾਂ ਤੇ, ਕਈ ਵਾਰ ਉੱਚੀ ਥਾਂ ਤੇ ਰੱਖ ਦਿੰਦਾ। ਫਿਰ ਸਤਿਗੁਰੂ ਪਤਾ ਨਹੀਂ ਸਾਨੂੰ ਕਿੱਥੇ ਬਿਠਾਉਣਗੇ। ਪਰ ਗੱਲ ਉਦੋਂ ਬਣਨੀ ਹੈ ਜਦੋਂ ਅੰਦਰੋਂ ਹੋਇਆ ਸਾਰਾ ਕੁਝ, ਜਦੋਂ ਮਨ ਤੋਂ ਹੋਇਆ ਇਹ ਸਾਰਾ ਕੁਝ, ਉਦੋਂ ਗੱਲ ਬਣੇਗੀ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਗੁਰੂ ਕੋਲ ਆਉਣਾ ਇੱਥੇ ਭਾਵਨਾ ਰੱਖਿਆ ਕਰਕੇ ਮਨ ਵਿੱਚ ਹੈ ਸਤਿਗੁਰ ਕੇ ਪਾਸ। ਇੱਥੇ ਭਾਵਨਾ ਹੋਵੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਆ। ਇੰਨੀ ਸਮਰਪਣਤਾ ਨਾਲ ਅੰਮ੍ਰਿਤ ਛਕਣ ਦਾ ਮਤਲਬ ਹੀ ਸਮਰਪਣ ਕਰਨਾ ਹੀ ਹੁੰਦਾ ਹੈ। ਅੰਮ੍ਰਿਤ ਲੈਣ ਲੱਗਿਆਂ ਸਮਰਪਣ ਕੇ, ਕਿਉਂਕਿ ਉੱਥੇ ਗੱਲ ਸਿਰਾਂ ਤੋਂ ਸ਼ੁਰੂ ਹੋਈ। ਜਿਹਨੂੰ ਅੰਮ੍ਰਿਤ ਚਾਹੀਦਾ ਮਹਾਰਾਜ ਨੇ ਸਿਰ ਮੰਗੇ। ਅੱਜ ਵੀ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਦੀ ਪਹੁਲ ਦੇਣ ਵੇਲੇ ਕਹਿੰਦੇ ਆ, ਭਾਈ ਜੇ ਪੰਥ ਨੂੰ ਲੋੜ ਪਈ ਸਿਰ ਦੇਂਗਾ ਨਾ, ਇਹ ਸਿਰ ਤੇਰਾ ਨਹੀਂ, ਗੁਰੂ ਦਾ ਪੰਥ ਦਾ ਇਹ। ਅੱਜ ਵੀ ਇਹ ਗੱਲ ਉਸ ਵੇਲੇ ਪੱਕੀ ਕਰ ਦਿੱਤੀ ਜਾਂਦੀ ਹੈ। ਤੇ ਹੁਣ ਜੇ ਇੱਥੇ ਪਿਆਰੇ ਦਇਆ ਸਿੰਘ ਦੀ ਤਰ੍ਹਾਂ ਸਾਡੀ ਰਸਨਾ ਤੋਂ ਇਹ ਬੋਲ ਨਿਕਲਣ ਕਿ ਅਸੀਂ ਤਾਂ ਸੋਚੀਏ, ਤਾਂ ਹਾਂ ਕਰੀਏ ਜੇ ਸਿਰ ਸਾਡਾ ਹੋਵੇ। ਸਿਰ ਤਾਂ ਹੈ ਹੀ ਗੁਰੂ ਦਾ, ਤਨ ਵੀ ਗੁਰੂ ਦਾ, ਧਨ ਵੀ ਗੁਰੂ ਦਾ, ਮਨ ਵੀ ਗੁਰੂ ਦਾ, ਸਾਡਾ ਤਾਂ ਹੈ ਹੀ ਨਹੀਂ। ਅਸੀਂ ਕਿਵੇਂ ਹਾਂ ਨਾ ਕਰ ਸਕਦੇ ਹਾਂ? ਇਹ ਤਾਂ ਜਦੋਂ ਅਸੀਂ ਘਰੋਂ ਤੁਰੇ ਸੀ ਅੰਮ੍ਰਿਤ ਛਕਣ ਵਾਸਤੇ, ਸੋਚਿਆ ਸੀ ਇਹ ਸਿਰ ਤਾਂ ਉਦੋਂ ਹੀ ਭੇਟ ਹੋ ਚੁੱਕਿਆ ਸੀ। ਇਹ ਤਾਂ ਉਦੋਂ ਹੀ ਗੁਰੂ ਦੇ ਚਰਨਾਂ ਵਿੱਚ ਭੇਟਾ ਕਰ ਦਿੱਤਾ ਸੀ, ਜਦੋਂ ਸੰਕਲਪ ਬਣਿਆ ਸੀ ਕਿ ਅੰਮ੍ਰਿਤ ਛਕਣਾ ਹੈ। ਪਰ ਫਿਰ ਵੀ ਪੁੱਛਿਆ ਜਾਂਦਾ ਹੈ। ਤਾਂ ਕਹਿਣ ਦਾ ਮਤਲਬ ਉਹ ਸਮਰਪਣ ਹੈ। ਹੁਣ ਜੇ ਸਿਰ ਦੇਣ ਦੀ ਗੱਲ, ਸਿਰ ਲੈਣ ਦੀ ਗੱਲ ਆ ਗਈ, ਪਿੱਛੇ ਰਹਿ ਵੀ ਕੀ ਗਿਆ? ਪਿੱਛੇ ਤਾਂ ਕੁਝ ਬਚਿਆ ਹੀ ਨਹੀਂ। ਤਾਂ ਇੰਨੀ ਸਮਰਪਣਤਾ ਹੋਵੇ ਕਿ ਇਹ ਮਨ ਮੰਨ ਲਏ ਕਿ ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਜਿਹਦਾ ਤਨ ਹੈ, ਜਿਹਦਾ ਮਨ ਹੈ, ਧਨ ਵੀ ਸਾਰਾ ਕੁਝ ਉਸੇ ਦਾ ਹੀ, ਆਪਣਾ ਹੈ ਹੀ ਕੁਝ ਨਹੀਂ। ਤਾਂ ਫਿਰ ਜਿਹੜੀ ਨੇੜਤਾ ਹੋਰ ਵੀ ਵੱਧ ਜਾਂਦੀ ਹੈ, ਔਰ ਪ੍ਰਮਾਤਮਾ ਨੂੰ ਮਿਲਣ ਦੇ ਚਾਂਸ ਹੋਰ ਵੀ ਵੱਧ ਜਾਂਦੇ ਆ। ਜਦੋਂ ਇੰਨਾ ਬੰਦਾ ਸਮਰਪਣ ਹੋ ਜਾਂਦਾ ਹੈ, ਮੈਂ ਮੇਰੀ ਤਾਂ ਰੱਖਦਾ ਹੀ ਨਹੀਂ ਨਾ ਕੋਲ, ਮੇਰਾ ਇੱਥੇ ਹੈ ਹੀ ਕੁਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਹ ਸਮਰਪਣਤਾ ਦੀ ਸਿਖਰ ਹੈ, ਇਹ ਸਮਰਪਣਤਾ ਦੀ ਸੰਪੂਰਨਤਾ ਹੀ ਹੈ। ਜਦੋਂ ਇਨਸਾਨ ਕਵੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਹੀ ਹੈ ਸਭ ਕੁਛ, ਮੇਰਾ ਨਹੀਂ। ਜਿਨ੍ਹਾਂ ਨੂੰ ਪਿਆਰੇ ਸ਼ਬਦ ਦੇ ਖਿਤਾਬ ਮਿਲੇ, ਜਿਨ੍ਹਾਂ ਨੂੰ ਭਗਤ ਸ਼ਬਦ ਦੇ ਖਿਤਾਬ ਮਿਲੇ, ਜਿਨ੍ਹਾਂ ਨੂੰ ਬ੍ਰਹਮ ਗਿਆਨੀ ਸ਼ਬਦ ਦਾ ਤਖੱਲਸ ਮਿਲਿਆ, ਜਿਨ੍ਹਾਂ ਨੂੰ ਸੰਤ ਮਹਾਂਪੁਰਸ਼ ਦੇ ਇਹ ਬੜੇ ਸਤਿਕਾਰਤ ਸ਼ਬਦ ਮਿਲੇ, ਉਹਨਾਂ ਸਾਰਿਆਂ ਨੇ ਸਮਰਪਣ ਕੀਤਾ ਹੈ। ਉਹਨਾਂ ਸਾਰਿਆਂ ਨੇ ਸਮਰਪਣ ਕੀਤਾ ਸੀ, ਤਾਂ ਹੀ ਐਡੇ ਸਤਿਕਾਰਤ ਨਾਮ ਮਿਲੇ, ਤਾਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਗ੍ਹਾ ਮਿਲੀ। ਸੋ ਇਸ ਲਈ ਕੋਸ਼ਿਸ਼ ਕਰੋ, ਅਸੀਂ ਬੜਿਆਂ ਦੇ ਪਿਆਰੇ ਬਣ ਕੇ ਵੇਖ ਲਿਆ। ਸੰਸਾਰ ਵਿੱਚ ਬੜੇ ਰਿਸ਼ਤੇ ਬਣੇ, ਬੜੇ ਰਿਸ਼ਤਿਆਂ ਦੇ ਵਿੱਚ ਅਸੀਂ ਇੱਕ ਦੂਜੇ ਦੇ ਪਿਆਰੇ ਬਣ ਕੇ ਵੇਖਿਆ, ਇੱਕ ਦੂਜੇ ਨੂੰ ਪਿਆਰਾ ਮੰਨਿਆ, ਇੱਕ ਦੂਜੇ ਨੂੰ ਕਿਹਾ ਮੈਂ ਤੇਰਾ ਪਿਆਰਾ। ਦੁਨਿਆਵੀ ਲੋਕਾਂ ਦੇ ਪਿਆਰੇ ਬਹੁਤ ਬਣ ਗਏ। ਹੁਣ ਸਮਾਂ ਬਹੁਤ ਲੰਘ ਗਿਆ, ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਿਆਰੇ ਵੀ ਬਣ ਜਾਈਏ। ਹੁਣ ਕਲਗੀਧਰ ਪਾਤਸ਼ਾਹ ਦੇ ਪਿਆਰੇ ਵੀ ਬਣ ਜਾਈਏ, ਤਾਂ ਕਿ ਸਾਡਾ ਇਹ ਜੀਵਨ ਉਸ ਦਰ ਤੇ ਪ੍ਰਵਾਨ ਹੋ ਸਕੇ, ਅਸੀਂ ਉਸ ਦਾਤੇ ਦੀਆਂ ਰਹਿਮਤਾਂ ਨੂੰ ਮਾਣ ਸਕੀਏ।
तो सतगुरु पातशाह अज जो बख्शिशां कर रहे ने, नाल नाल असीं इह रब्बी बचनां नूं भी विचारना, क्योंकि एक एक शब्द बड़ा ध्यान मंगदा है, समा मंगदा है कि होर अंदर किसी तरह का कोई भुलेखा रवे ना। मैं भी बेनती की सी शायद पहले दिन ही कि यह भी ना सोचना भी जो कथा आपां कर लांगे इस तो वध दी कथा ही नहीं हो सकनी। जिन्ने भी विद्वानां नूं सुनोगे, जिन्ने वार सुनोगे, इहदी नवीनता, इहदी गहराई, इहदी डूंघाई, ये सब कुछ तुहानूं इवें ही इहदे विचों आनंद आउंदा रहेगा। ज्ञानी संत सिंह जी मस्कीन साहब ने ना जपजी साहब की कथा अलवर की। ਵਪਾਰੀ लोग ने ਜਾਂ ਕਈਆਂ ਨੂੰ कथा का इन्ना चाह ਹੁੰਦਾ है, घरों सरदे पुजदे होण, ਉਹ ਨਾਲ ਨਾਲ दूर दूर समागमां ते भी चले जाते। एक ਵਪਾਰੀ ने कथा सुनी मस्कीन साहब तो जपजी साहब की, मन ਨੂੰ तसल्ली हुई। ਉਹੀ कथा लुधियाणे की जपजी साहब की, उस ਵਪਾਰੀ ने वो भी सुनी, मन ਨੂੰ बड़ी संतुष्टि हुई। फिर तीजी वारी कथा मस्कीन साहब जी ने जपजी साहब की दिल्ली की, ਵਪਾਰੀ ने उत्थे भी सुनी। पर हुण उन्हें एक सवाल किया। उन्होंने क्या, मस्कीन साहब मैं ये जपजी साहब की कथा अलवर भी सुन के आया, तुहाडे तो सुनी, लुधियाणे भी सुनी, तुहाडे तो सुनी, उही बाणी है, कथा भी तुसीं कीती, ते हुण दिल्ली भी सुनी। पर मेरे मन च एक भुलेखा, एक शंका पैदा हो गई। अलवर अर्थ होर सन, जदों लुधियाणे कीते अर्थ होर सन, ते हुण दिल्ली कीते, ये दोवां तो ही वखरे ने। ये की, ये की, किहड़ा सच किहड़ा इन्हां चों मन्ना मैं? कहते जिहड़े अलवर होए सी वो भी सच सी, जिहड़े लुधियाणे कीते वो भी सच सी, जिहड़े हुण सुणिया ये भी सच है। बस मेरा ही जिहड़ा अंदरूनी मन सी, जीवन सी, गहराई, मैनूं जिन्नी क समझ अलवर कथा वेले सी मैं उन्नी क सांझी कर लई। जदों समझ दे विच परमात्मा ने वाधा कीता वो समझ मैं लुधियाणे सांझी कर लई। जदों विचारां दी गहराई सतगुरां ने होर बख्श दित्ती, कुछ मैनूं अनुभव बख्श दिता, कुछ पूरे ब्रह्मंड दे विचों कुछ गल्लां बख्श दित्तियां, वो मैं हुण दिल्ली सांझियां कीतियां। मेरे ही पातशाह ने समझ दे विच वाधा कीता, ते इहदे अर्थ जे तू हज़ारां वार सुने, हज़ारां वार तैनूं नवें मिलणगे। खूबसूरती है गुरबाणी दी, ये इत्थों दी विलक्षणता, एक यूनीक गुण है जिन्हों महाराज कहते साहिब मेरा नीत नवा। किन्ने हुक्मनामे जिहड़े असीं कई बार रूटीन च आ जांदे आ, कदे मन अक्किया भी आ तां कल भी आया सी, परसों भी आया सी, अज चाहे रोज़ तुसीं विचार भी सुनी जाओ, मन परेशान नहीं हुंदा। साहबजादियां दियां साखियां, इतिहास किन्ने साल हो गए सुनदे, कदे मन अक्किया? अकना भी नहीं, क्योंकि सच पुराना ना थी है, नाम ना मैला होए। पुरानी चीज़ तो मन अकदा, इत्थे पुराना होने वाला है ही नहीं कुछ। इत्थे साहिब मेरा नीत नवा, हर वेले नवीनता है, हर वेले नवापण, हर वेले नवीं विचार, हर वेले नवा 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 ही इत्थे सारा कुछ चलदा है। बस कोशिश असीं ये करनी आ, किते साल बदल रहे आ, महीने बदल रहे आ, दिन बदल रहे आ, थित्तां बदल रहीआं, वार बदल रहे आ, रुत्तां बदल रहीआं, किते साडा जीवन पुराना ना रह जाए, ये भी नाल नवां हो जाए। नवें साल आउंदे आ, वधाइयां दिंदे हो एक दूजे नूं भी नवां साल चढ़िया, मुबारक होवे। मारे कहते साल तो साल बाद नवा चढ़ जाता, तू अपने आप नूं भी वेख, तेरे जीवन च की नवा आया, तेरा जीवन नवा बनया कि नहीं बनया, कि तेरा जीवन उही पुराना जिहड़ा पहलां तो चलिया आ रहा है। तू नवा साल उदे मनी जिदे तेरे जीवन च कुछ नवा होया। तेरा जीवन नवा सतगुरु कै जन्म है, गवन मिटाया, जिदे तू गुरु गोबिंद सिंह साहब के घर विच एक नादी पुत्र है, एक बिंदु पुत्र है, जिदे तू नाद शब्द विचों तेरा जन्म हो गया, उदे तू कहीं अज नवा साल चढ़िया, जिदे तेरे जीवन च कोई नवीनता आई। क्योंकि सतगुरु हर वेले नवीनता विच है, परमात्मा हर वेले नवा, वो पुराना हुंदा ही नहीं। इसे करके किसी का मन नहीं अकदा रब तो, इसे करके कोई चलो कई किसी मजबूरी करके, गलत संगत करके, भरम भरमी भुलेखे वाले लोगों की संगत करके, भेखधारियां की संगत करके रब नूं गलत कुछ कह जाण तो गल वखरी है। नहीं, जे कोई रब ते भरोसा करके चले, वो कदे आखदा नहीं। सो अज फिर सतगुरां ने परमात्मा के गुण बख्शे ने। उन्हां गुणां विचों एक गुण सतगुरु कह रहे परमात्मा नमस्तंग निरसाके, तेनू नमस्कार करदा है। सारी दुनिया का कोई ना कोई साक रिश्ता है। आपां जिन्ने बैठे हैं निगाह मार के वेखो किन्ने रिश्ते जुड़े हुए आ, दादकियां वल किन्ने आ, नानकियां वल किन्ने आ, सहुरियां वल किन्ने आ। एक रिश्ते असीं आप बनाया मित्र दोस्तां वाले,
ਜਿਹੜਾ ਕੋਈ ਇਨਸਾਨ ਕਿਸੇ ਵੱਡੇ ਪਲੇਟਫਾਰਮ ਤੇ ਫੇਮਸ ਹੋ ਜਾਂਦਾ ਹੈ, ਉਹਦੇ ਤਾਂ ਰਿਸ਼ਤਿਆਂ ਦਾ ਅੰਤ ਹੀ ਕੋਈ ਨਹੀਂ। ਕਿੰਨੀ ਦੁਨੀਆ ਫੋਲੋ ਕਰਨ ਲੱਗ ਪੈਂਦੀ ਉਹਨਾਂ ਨੂੰ। ਪਰ ਪਰਮਾਤਮਾ ਇਹ ਸਭ ਤੇਰੀ ਰਜ਼ਾ ਵਿੱਚ ਹੀ ਹੈ। ਇਨਸਾਨ ਤੂੰ ਬਣਾਇਆ, ਉਹਦੇ ਰਿਸ਼ਤੇ ਵੀ ਤੂੰ ਹੀ ਜੋੜੇ ਨੇ। ਅਸੀਂ ਕਹਿ ਹੀ ਦਿੰਦੇ ਨਾ ਵੀ ਰੱਬ ਨੇ ਸੰਜੋਗ ਬਣਾਇਆ, ਹੋ ਗਿਆ। ਕੋਈ ਸਫ਼ਰ ਵਿੱਚ ਜਾਂਦਿਆਂ ਤੁਹਾਡਾ ਮਿੱਤਰ ਬਣ ਗਿਆ, ਅਸੀਂ ਉਹਦੇ ਘਰ ਤੱਕ ਆਉਣ ਜਾਣ, ਉਹ ਸਾਡੇ ਘਰ ਤੱਕ ਵਰਤਣ ਲੱਗ ਪਿਆ, ਤੇ ਇਹ ਫਿਰ ਸਬੱਬ ਕਿਹਨੇ ਬਣਾਇਆ? ਚਲੋ ਆਮ ਜਿਹੜੇ ਵਿਆਹ ਦੇ ਰਿਸ਼ਤੇ ਤਾਂ ਕਈ ਵਾਰ ਰਿਸ਼ਤੇਦਾਰੀ 'ਚੋਂ ਜਾਣ ਪਛਾਣ 'ਚੋਂ ਹੁੰਦੇ ਆ, ਪਰ ਕਈ ਰਿਸ਼ਤੇ ਇਹੋ ਜਿਹੇ ਜਿਹੜੇ ਅਜਨਬੀ ਤਰੀਕੇ ਨਾਲ ਹੋ ਜਾਂਦੇ ਆ। ਪਰ ਉਹ ਰਿਸ਼ਤੇ ਫਿਰ ਕੌਣ ਬਣਾ? ਸਾਰੇ ਪਰਮਾਤਮਾ ਹੀ ਰਿਹਾ। ਪਰ ਉੱਥੇ ਤਾਂ ਹਰ ਕੋਈ ਕਹਿ ਹੀ ਦਿੰਦਾ ਨਾ ਕਿ ਜੀ ਪਤਾ ਨਹੀਂ, ਅਸੀਂ ਤਾਂ ਜਾਣਦੇ ਨਹੀਂ ਸੀ, ਸਭ ਪਰਮਾਤਮਾ ਨੇ ਕੀਤਾ। ਸਾਰਿਆਂ ਦੇ ਰਿਸ਼ਤੇ ਬਣਾਉਣ ਵਾਲੇ ਦਾ ਆਪਣਾ ਕੋਈ ਕਿਸੇ ਨਾਲ ਰਿਸ਼ਤਾ ਨਹੀਂ। ਨਾ ਪੁੱਤਰ ਹੈ, ਨਾ ਪੁੱਤਰ ਹੈ, ਨਾ ਸੱਤਰ ਹੈ, ਨਾ ਮਿੱਤਰ ਹੈ, ਨਾ ਤਾਤਾ ਹੈ, ਨਾ ਮਾਤਾ ਹੈ, ਨਾ ਜਾਤ ਹੈ, ਨਾ ਕੋਈ ਉਹਦੀ ਮਾਤਾ ਪਿਤਾ ਹੈ, ਨਾ ਉਹਦੇ ਪੁੱਤਰ ਨੇ, ਨਾ ਕੋਈ ਉਹਦੇ ਪੋਤੇ ਪੋਤੀਆਂ ਨੇ, ਨਾ ਕੋਈ ਨਾਨਕਾ, ਨਾ ਕੋਈ ਦਾਦਕਾ, ਨਾ ਕੋਈ ਸਹੁਰਾ। ਕੋਈ ਉਹਦਾ ਇਦਾਂ ਦਾ ਖਾਸ ਰਿਸ਼ਤਾ, ਕੋਈ ਸਾਕ ਨਹੀਂ ਹੈ ਜਿਹੜਾ ਆਪਾਂ ਕਹਿ ਦਈਏ ਜੀ ਇਹ ਰੱਬ ਦਾ ਭਤੀਜਾ ਲੱਗਦਾ, ਇਹ ਰੱਬ ਦਾ ਭਾਣਜਾ ਲੱਗਦਾ। ਕੋਈ ਇਦਾਂ ਦਾ ਰਿਸ਼ਤਾ ਨਹੀਂ ਹੈ। ਰੱਬ ਇਹਨਾਂ ਦੇ ਘਰ ਵਿਆਹਿਆ ਹੋਇਆ, ਕੋਈ ਐਵੇਂ ਦਾ ਰਿਸ਼ਤਾ ਨਹੀਂ। ਸਾਰੇ ਰਿਸ਼ਤੇ ਉਸੇ ਨੇ ਬਣਾਏ। ਆਪ ਨਿਰਸਾਕੰ, ਆਪ ਨਿਰਸਾਕੇ, ਆਪ ਉਹ ਸਾਰੇ ਰਿਸ਼ਤਿਆਂ ਤੋਂ ਮਹਾਰਾਜ ਸਾਹਿਬ ਕਹਿੰਦੇ ਨਿਰਲੇਪ ਹੈ। ਰੱਬ ਦਾ ਕਿਸੇ ਨਾਲ ਕੋਈ ਸਾਕ ਨਹੀਂ। ਵੈਸੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇੰਨੇ ਰਿਸ਼ਤਿਆਂ ਦਾ ਜ਼ਿਕਰ ਕੀਤਾ ਕਿ ਰੱਬ ਨਾਲ ਕੋਈ ਵੀ ਰਿਸ਼ਤਾ ਰੱਖ ਲੈ ਤੂੰ। ਮਿੱਤਰ ਦੋਸਤ ਵਾਲਾ ਰੱਖ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤੂੰ ਮਿੱਤਰ ਦੋਸਤ ਵਾਲਾ ਰੱਖ, ਤੂੰ ਗੁਰੂ ਸਿੱਖ ਵਾਲਾ ਰੱਖ, ਤੂੰ ਪਤੀ ਪਤਨੀ ਵਾਲਾ ਰੱਖ, ਤੂੰ ਉਹਦੇ ਨਾਲ ਨੌਕਰ ਤੇ ਮਾਲਕ ਵਾਲਾ ਰੱਖ। ਸ਼ਾਇਦ ਪਿਛਲੇ ਦਿਨਾਂ 'ਚ ਬੇਨਤੀ ਕਰੀ ਕਿ ਸਭ ਤੋਂ ਇੰਪੋਰਟੈਂਟ ਰਿਸ਼ਤਾ ਜਿਹੜਾ ਉਹ ਦਾਤੇ ਤੇ ਭਿਖਾਰੀ ਵਾਲਾ, ਉਹ ਰੱਖ ਲਾ। ਕਿਉਂਕਿ ਨਾ ਦਾਤਾ ਜਾਣਦਾ, ਨਾ ਭਿਖਾਰੀ ਜਾਣਦਾ। ਭਿਖਾਰੀ ਨੂੰ ਨਹੀਂ ਪਤਾ ਹੈ ਕੌਣ ਆ, ਦਾਤੇ ਨੂੰ ਨਹੀਂ ਪਤਾ ਹੈ ਕੌਣ ਆ। ਜਿਵੇਂ ਆ ਲਾਈਟਾਂ ਤੇ ਲੋਕ ਮੰਗ ਰਹੇ, ਅਸੀਂ ਜਾਣਦੇ ਥੋੜਾ ਉਹਨਾਂ ਨੂੰ। ਇਹਦੇ ਵਿੱਚ ਇੱਕ ਵਿਲੱਖਣਤਾ ਇਹ ਹੈ, ਨਾ ਤਾਂ ਲੈਣ ਵਾਲੇ ਨੂੰ ਮਾਣ ਹੈ ਤੇ ਨਾ ਦੇਣ ਵਾਲੇ ਨੂੰ ਮਾਣ ਹੈ। ਉਹ ਤਾਂ ਮੂੰਹ ਵੱਲ ਵੀ ਨਹੀਂ ਵੇਖਦਾ ਜਦੋਂ ਦਿੰਦਾ ਨਾ ਉਹਨੂੰ। ਇੱਥੇ ਹੰਕਾਰ ਨਹੀਂ ਆਉਂਦਾ। ਮਹਾਰਾਜ ਕਹਿੰਦੇ ਦਾਤੇ ਤੇ ਭਿਖਾਰੀ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਕਹਿੰਦਾ। ਤਾਂ ਇਹ ਰਿਸ਼ਤਾ ਬੜਾ ਮਹੱਤਵਪੂਰਨ ਹੈ। ਜੇ ਇਹ ਜੋੜ ਲਏ ਤਾਂ ਉਸ ਪਰਮਾਤਮਾ ਨਾਲ ਤੇਰੀਆਂ ਗੂੜੀਆਂ ਸਾਂਝਾਂ ਪੈ ਜਾਣਗੀਆਂ। ਪਰਮਾਤਮਾ ਤੈਨੂੰ ਨਮਸਕਾਰ, ਤੂੰ ਨਿਰਸਾਕੇ, ਸਾਕ ਤੋਂ ਰਹਿਤ ਹੈ। ਤੇਰਾ ਕੋਈ ਨਿੱਜੀ ਰਿਸ਼ਤਾ ਨਹੀਂ ਹੈ ਕਿਸੇ ਨਾਲ। ਵੈਸੇ ਭਗਤ ਜਨਾਂ ਨੇ, ਸੂਫੀਆਂ ਨੇ ਇੱਕ ਸੁਹਾਗਣ ਵਾਲਾ ਰਿਸ਼ਤਾ ਤੇਰੇ ਨਾਲ ਰੱਖਿਆ। ਉਹ ਪੈਰਾਂ 'ਚ ਘੁੰਗਰੂ ਪਾਉਂਦੇ ਆ, ਔਰਤਾਂ ਵਾਲੇ ਕੱਪੜੇ ਪਾਉਂਦੇ ਆ, ਸਾਰੀ ਸਾਰੀ ਰਾਤ ਇੱਕ ਸੁਹਾਗਣ ਦਾ ਵੇਸ਼ ਕਰਕੇ ਨੱਚਦੇ ਆ। ਰਿਸ਼ਤਾ ਤਾਂ ਉਹਨਾਂ ਨੇ ਵੀ ਜੋੜ ਲਿਆ। ਕੋਈ ਭਗਤ, ਕੋਈ ਬ੍ਰਹਮ ਗਿਆਨੀ, ਕੋਈ ਸੰਤ, ਕੋਈ ਕਿਵੇਂ, ਕੋਈ ਸੇਵਾਦਾਰ ਬਣ ਕੇ ਤੇਰੇ ਨਾਲ ਰਿਸ਼ਤਾ ਜੋੜ ਰਿਹਾ। ਰਿਸ਼ਤੇ ਲੋਕਾਂ ਨੇ ਬੜੇ ਤਰੀਕੇ ਦੇ ਜੋੜੇ, ਪਰ ਕੋਈ ਇਹ ਦੱਸਣਾ ਮੁਸ਼ਕਲ ਹੋਏਗਾ ਕਿ ਆਹ ਰੱਬ ਦਾ ਘਰ ਵਿੱਚ ਪੈਦਾ ਹੋਇਆ ਹੈ, ਆਹ ਰੱਬ ਦਾ ਨਾਨਕਿਆਂ ਵਿੱਚੋਂ ਆ, ਆਹ ਰੱਬ ਦੇ ਦਾਦਕਿਆਂ ਵਿੱਚੋਂ। ਇਦਾਂ ਦਾ ਕੋਈ ਰਿਸ਼ਤਾ ਨਹੀਂ ਹੈ। ਇਸ ਲਈ ਤੈਨੂੰ ਨਮਸਕਾਰ। ਨਮਸਤੰ ਨਿਰਵਾਕੇ, ਬਾਕ ਸ਼ਬਦ ਜਿਹੜਾ ਇਹ ਫਾਰਸੀ ਦਾ, ਬਾਕ ਮਤਲਬ ਡਰ ਤੋਂ ਰਹਿਤ, ਡਰ। ਨਿਰਵਾਕੇ ਦਾ ਮਤਲਬ ਜਿਹੜਾ ਡਰ ਤੋਂ ਰਹਿਤ ਹੈ, ਜਿਹਨੂੰ ਕਿਸੇ ਦਾ ਕੋਈ ਡਰ ਹੀ ਨਹੀਂ ਹੈ। ਵਾਹਿਗੁਰੂ, ਅਸੀਂ ਮੂਲ ਮੰਤਰ ਵਿੱਚ ਇੱਕ ਇਬਾਰਤ ਪੜ੍ਹੀ, ਪਰਮਾਤਮਾ ਦੇ ਗੁਣ ਨੇ। ਇੱਕ ਓੰਕਾਰ, ਪਰਮਾਤਮਾ ਇੱਕ ਹੈ। ਓੰਕਾਰ ਸਰਬ ਜਗ੍ਹਾ ਵਿਆਪਕ। 7 ਨਾਮ ਅਲੱਗ-ਅਲੱਗ ਨੇ। ਉਹਦਾ ਨਾਮ ਸਦੀਵ ਕਾਲ ਸਤਿਆਗ ਹੈ। 7 ਨਾਮ ਕਰਤਾ ਪੁਰਖ। ਹੁਣ ਅਗਲਾ ਸ਼ਬਦ ਕੀ ਹੈ? ਨਿਰਭਉ। ਪਹਿਲਾਂ ਨਿਰਭਉ ਹੈ, ਬਾਅਦ ਵਿੱਚ ਨਿਰਵੈਰ ਹੈ। ਨਿਰਭਉ ਦਾ ਮਤਲਬ ਕੀ ਹੈ? ਨਿਰਵਾਕੇ। ਪਰਮਾਤਮਾ ਭੈ ਤੋਂ ਰਹਿਤ ਗਏ, ਉਹ ਨਿਰਭਉ ਹੈ। ਔਰ ਇਹ ਵੀ ਗੱਲ ਯਾਦ ਰੱਖਣੀ, ਨਿਰਭਉ ਪਹਿਲਾਂ ਹੈ, ਨਿਰਵੈਰ ਬਾਅਦ ਵਿੱਚ ਹੈ। ਸਤਿਗੁਰੂ ਕਹਿੰਦੇ ਨੇ ਨਿਰਵੈਰ ਬਹੁਤ ਮਿਲ ਜਾਣਗੇ, ਪਰ ਨਿਰਭਉ ਵਾਲੇ ਬਹੁਤ ਘੱਟ ਮਿਲਣਗੇ। ਦਲੇਰ ਮਨੁੱਖ ਬਹੁਤ ਘੱਟ ਮਿਲਣਗੇ ਤੁਹਾਨੂੰ। ਗਊਆਂ, ਭੇਡਾਂ, ਬੱਕਰੀਆਂ ਨੂੰ ਕੋਈ ਵੀ ਇੱਕ ਜਣਾ ਹੱਕ ਕੇ ਲਿਜਾ ਸਕਦਾ। ਸ਼ੇਰਾਂ ਨੂੰ ਕਦੇ ਕੋਈ ਹੱਕ ਕੇ ਵੇਖਿਆ ਤੁਸੀਂ ਲਿਜਾਂਦਾ? ਕਿਉਂਕਿ ਸ਼ੇਰ ਤੋਂ ਭੈ ਆਉਂਦਾ, ਇੱਕ ਡਰ ਆਉਂਦਾ ਹੈ। ਪਰ ਗੁਰੂ ਕੇ ਸਿੱਖਾਂ ਨੇ, ਭਾਈ ਰੋਸ਼ਨ ਸਿੰਘ ਵਰਗਿਆਂ ਨੇ ਬਿਨਾਂ ਕਿਸੇ ਹਥਿਆਰ ਸ਼ਸਤਰ ਤੋਂ ਸ਼ੇਰਾਂ ਦੇ ਸ਼ਿਕਾਰ ਵੀ ਕੀਤੇ। ਕੋਈ ਡੰਡਾ ਤੱਕ ਵੀ ਹੱਥ ਵਿੱਚ ਨਹੀਂ ਸੀ। ਪਰ ਆਮ ਤਾਂ ਇਹ ਬੜੀ ਔਖੀ ਬਾਤ ਹੋਏਗੀ। ਤਾਂ ਮਹਾਰਾਜ ਕਹਿੰਦੇ ਸ਼ੇਰ ਹੋਣਾ ਬਹੁਤ ਔਖਾ ਹੈ। ਸ਼ੇਰ ਨਿਰਭਉ ਹੈ, ਡਰ ਹੀ ਨਹੀਂ ਕਿਸੇ ਦਾ। ਉਹ ਡਰ ਕੇ ਦੌੜਦਾ ਹੀ ਨਹੀਂ, ਡਰ ਕੇ ਭੱਜਦਾ ਨਹੀਂ। ਕਿੱਡਾ ਵੱਡਾ ਮਰਜ਼ੀ ਸਾਹਮਣੇ ਆ ਜਾਏ, ਦਹਾੜ ਮਾਰਦਾ ਉਹ ਆਪਣੀ, ਉਹਨੂੰ ਡਰਾਉਂਦਾ ਹੈ ਉਹ। ਇਹ ਉਹਦੀ ਦਲੇਰਾਨਾ ਬਿਰਤੀ ਹੈ। ਤਾਂ ਸਤਿਗੁਰੂ ਕਹਿ ਰਿਹਾ
ਬਾਣੀ ਦੇ ਵਿੱਚ ਰਵ ਤੇ ਸੱਸ ਦੋ ਸ਼ਬਦ ਨੇ। ਰਵ ਪਹਿਲਾਂ ਆਇਆ, ਸੱਸ ਬਾਅਦ ਵਿੱਚ ਆਇਆ। ਰਵ ਦਾ ਮਤਲਬ ਸੂਰਜ, ਰਵ ਦਾ ਮਤਲਬ ਤੱਤਾ, ਸੱਸ ਦਾ ਮਤਲਬ ਚੰਦਰਮਾ ਠੰਡਾ। ਰਵ ਤੱਤਾ, ਤੱਤਾ ਮਤਲਬ ਨਿਰਭਉ ਪਹਿਲਾਂ, ਸੱਸ ਠੰਡਾ ਨਿਰਵੈਰ ਬਾਅਦ ਵਿੱਚ ਹੈ। ਮਹਾਰਾਜ ਸਾਹਿਬ ਨੇ ਇਦਾਂ ਦੀ ਇਬਾਰਤ ਵਿੱਚ ਵੀ ਇਹੀ ਲਿਖਿਆ, ਰੱਬ ਨੂੰ ਕੋਈ ਡਰਾ ਨਹੀਂ ਸਕਦਾ, ਨਾ ਉਹ ਕਿਸੇ ਤੋਂ ਡਰਦਾ ਹੈ। ਰੱਬ ਰਾਵਣ ਤੋਂ ਡਰਿਆ, ਰੱਬ ਕੰਸ ਤੋਂ ਡਰਿਆ, ਰੱਬ ਹਰਨਾਕਸ਼ ਤੋਂ ਡਰਿਆ। ਰੱਬ ਨੂੰ ਫਰਹਾਨ ਬਾਦਸ਼ਾਹ ਨੇ ਤਾਂ ਤੀਰ ਵੀ ਮਾਰ ਦਿੱਤੇ ਸੀ, ਕਹਿੰਦਾ ਮੇਰਾ ਤੀਰ ਕਮਾਨ ਫੜਾਓ। ਜਿਹੜਾ ਰੱਬ ਦੁਨੀਆ ਨੂੰ ਮਾਰਦਾ, ਜੋ ਸੇ ਰੱਬ ਨੂੰ ਮਾਰੀਏ। 5 ਤੀਰ ਮਾਰੇ ਆਕਾਸ਼ ਵੱਲ, ਕੋਈ ਜਵਾਬ ਨਹੀਂ ਆਇਆ। ਨਾਲ ਦਿਆਂ ਨੂੰ ਪੁੱਛਿਆ ਵੀ ਰੱਬ ਦਾ ਜਵਾਬ ਹੀ ਨਹੀਂ ਦੇ ਰਿਹਾ, ਉਹ ਕਹਿੰਦੇ ਜੀ ਮਰ ਗਿਆ ਹੋਣਾ ਤਾਂ ਨਹੀਂ ਜਵਾਬ ਦਿੱਤਾ। ਜਿਸ ਦਿਨ ਹੁਕਮ ਦਾ ਤੀਰ ਰੱਬ ਨੇ ਮਾਰਿਆ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਹੁਕਮ ਹੈ ਅੰਦਰ ਆਇਂਦਾ ਪਿਆਰਾ। ਹੁਕਮ ਹੈ ਜਦੋਂ ਜਿੱਦੇ ਹੁਕਮ ਦਾ ਤੀਰ ਫਰਹਾਨ ਬਾਦਸ਼ਾਹ ਨੂੰ ਵੱਜਿਆ, ਉਹਦੇ ਉਹਨੂੰ ਅਹਿਸਾਸ ਹੋਇਆ ਮੇਰੇ ਤੀਰਾਂ ਦਾ ਜਵਾਬ ਰੱਬ ਨੇ ਅੱਜ ਦਿੱਤਾ। ਤੇ ਜਦੋਂ ਉਹਦੇ ਹੁਕਮ ਦਾ ਤੀਰ ਵੱਜਦਾ, ਫਿਰ ਰਾਵਣ ਨੂੰ ਵੀ ਤੁਰਨਾ ਪੈਂਦਾ ਹੈ, ਇੱਥੇ ਹਰਨਾਕਸ਼ ਨੂੰ ਵੀ ਤੁਰਨਾ ਪੈਂਦਾ, ਕੰਸ ਵਰਗੇ, ਫਰਹਾਨ ਬਾਦਸ਼ਾਹ ਵਰਗੇ, ਸਿਕੰਦਰ ਵਰਗੇ ਉਹ ਵੀ ਤੁਰਦੇ ਆ ਜਦੋਂ ਉਹਦੇ ਹੁਕਮ ਦੇ ਤੀਰ ਵੱਜਦੇ ਆ। ਪਰਮਾਤਮਾ ਤੈਨੂੰ ਮੱਥਾ ਟੇਕਦਾ, ਤੂੰ ਨਿਰਭਉ ਹੈ, ਤੂੰ ਨਿਰਬਾਕੇ, ਤੂੰ ਡਰ ਤੋਂ ਰਹਿਤ ਹੈ। ਅਗਲੇ ਬਚਨਾ ਨਮਸਤੰ ਰਹੀਮੇ, ਰਹੀਮ ਦਾ ਮਤਲਬ ਰਹਿਮ ਕਰਨ ਵਾਲਾ। ਤੂੰ ਐਡਾ ਰਹਿਮ ਦਿਲ ਹੈ, ਐਡਾ ਰਹਿਮ ਦਿਲ ਹੈ। ਜਿੱਡਾ ਵੱਡਾ ਮਰਜੀ ਕੋਈ ਪਾਪੀ ਹੋਵੇ, ਕੋਈ ਕਾਤਲ ਹੋਵੇ, ਕੋਈ ਚੋਰ ਹੋਵੇ, ਕੋਈ ਠੱਗ ਹੋਵੇ, ਉਹ ਵੀ ਕਿਤੇ ਆ ਕੇ ਤੇਰੇ ਅੱਗੇ ਤਰਲਾ ਪਾ ਦੇ, ਬੇਨਤੀਆਂ ਕਰ ਲਏ, ਮਿਹਨਤ ਕਰ ਲਏ, ਫਿਰ ਤੂੰ ਇਹ ਥੋੜਾ ਵੇਖਦਾ ਵੀ ਇਹ ਤਾਂ ਸੱਜਣ ਠੱਗ ਹੈ, ਇਹਦਾ ਮੈਂ ਕਿਉਂ ਭਲਾ ਕਰਾਂ। ਬਸ ਉਹ ਵਾਸਤਾ ਪਾਵੇ ਤਾਂ ਸਹੀ, ਤੂੰ ਠੱਗੀਆਂ ਮੁਕਾ ਦਿੰਨਾ ਤੇ ਸੱਚਮੁੱਚ ਦਾ ਸੱਜਣ ਬਣਾ ਦਿੰਦਾ। ਜਦੋਂ ਕੋਈ ਤੈਨੂੰ ਰਾਖਸ਼ ਬਿਰਤੀ ਵਾਲਾ ਵੀ ਵਾਸਤੇ ਪਾ ਰਿਹਾ, ਮੈਨੂੰ ਆਪਣਾ ਬਣਾ ਲੈ। ਉਸ ਪਰਮਾਤਮਾ ਦੇ ਸਰਗੁਣ ਸਰੂਪ ਧੰਨ ਗੁਰੂ ਨਾਨਕ ਸਾਹਿਬ ਵੇਖਦੇ ਥੋੜਾ ਵੀ ਇਹਨੇ ਇੰਨੇ ਪਾਪ, ਇੰਨੇ ਲੋਕਾਂ ਨੂੰ ਮਾਰਿਆ। ਰਾਖਸ਼ ਬਿਰਤੀ ਖਤਮ ਕਰਕੇ ਭਾਈ ਕੌਡੇ ਨੂੰ ਕੌਡਾ ਸੰਤ ਬਣਾ ਦਿੰਦੇ ਆ। ਉੱਥੇ ਕੋਈ ਚੋਰ ਆ ਕੇ ਵਾਸਤੇ ਪਾਉਂਦਾ, ਰੱਬਾ ਬਖਸ਼ਿਸ਼ ਕਰ, ਰਹਿਮਤ ਕਰ ਮੇਰੇ ਤੇ, ਰਹਿਮ ਦਿਲ ਹੋ, ਮੈਂ ਜਾਣੇ ਅਣਜਾਣੇ ਬੜੀਆਂ ਚੋਰੀਆਂ, ਬੜੇ ਪਾਪ ਕੀਤੇ ਆ। ਉੱਥੇ ਫਿਰ ਗੁਰੂ ਚਿਤਾਰਦਾ ਨਹੀਂ। ਜੇ ਚਿਤਾਰੇਗਾ ਸਾਡਾ ਭਲਾ ਵੀ ਨਹੀਂ ਹੋ ਸਕਦਾ, ਕਿਉਂਕਿ ਲੇਖਿਆ ਕਤੇ ਨਾ ਛੁੱਟੀਐ, ਖਿਨ ਖਿਨ ਭੁੱਲਣਹਾਰ। ਅਸੀਂ ਤਾਂ ਅੱਖ ਬੰਦ ਕਰਕੇ ਖੋਲਣ ਜਿੰਨੇ ਸਮੇਂ ਤੇ ਵੀ ਭੁੱਲਾਂ ਕਰਦੇ ਹਾਂ, ਕਿਵੇਂ ਬਖਸ਼ੇ ਜਾਵਾਂਗੇ। ਬਸ ਉੱਥੇ ਬੇਨਤੀਆਂ, ਉੱਥੇ ਅਰਦਾਸਾਂ ਚੱਲਦੀਆਂ ਨੇ। ਉੱਥੇ ਤਾਂ ਮਹਾਰਾਜ ਦੇ ਅੱਗੇ ਇੰਨਾ ਕੁ ਨਿਮਰਤਾ ਵਿੱਚ ਆ ਕੇ ਡਿੱਗ ਪਾਓ, ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਪਰਮਾਤਮਾ ਜਿਵੇਂ ਤੈਨੂੰ ਪਾਉਂਦਾ, ਬੁਰੇ ਭਲੇ ਹਮ ਥਾਰੇ, ਚੰਗੇ ਆ ਮਾੜਿਆਂ ਤੇਰੇ ਆ। ਅਬ ਹਮ ਚੱਲੀ ਠਾਕੁਰ ਪੈ ਹਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈਟਾ। ਅਸੀਂ ਤਾਂ ਆਪਣਾ ਆਪ, ਜਿਵੇਂ ਮੈਂ ਪਹਿਲਾਂ ਬੇਨਤੀ ਕਰੀ, ਮੱਥਾ ਟੇਕਣਾ ਕੀ, ਅਸੀਂ ਤੇਰੇ ਚਰਨਾਂ ਤੇ ਢਹਿ ਪਏ। ਹੁਣ ਰਾਖ ਪ੍ਰਭੂ ਭਾਵੇਂ ਮਾਰ, ਹੁਣ ਤਾਂ ਤੇਰੀ ਮਰਜ਼ੀ ਆ। ਜਦੋਂ ਐਵੇਂ ਕੋਈ ਆਪਣਾ ਆਪ ਸਮਰਪਣ ਕਰਦਾ ਨਾ, ਫਿਰ ਉਹ ਇਹ ਨਹੀਂ ਵੇਖਦਾ ਵੀ ਇਹ ਪੈਰਾਂ 'ਚ ਡਿੱਗਿਆ ਰਵੇ, ਫਿਰ ਫਟਾਫਟ ਚੁੱਕ ਕੇ ਆਪਣੇ ਸੀਨੇ ਲਾ ਲੈਂਦਾ, ਫਿਰ ਆਪਣੇ ਗਲ ਨਾਲ ਲਾ ਲੈਂਦਾ। ਜਿਹੜੇ ਪੈਰਾਂ 'ਚ ਡਿੱਗਿਆਂ ਨੂੰ ਉਹਨੇ ਚੁੱਕਿਆ, ਆਪਣੇ ਸੀਨੇ ਨਾਲ, ਆਪਣੇ ਗਲ ਨਾਲ ਲਾਇਆ, ਤੇ ਨਾਲ ਆਪਣਾ ਰੂਪ ਵੀ ਦੇ ਦਿੱਤਾ, ਆਪਣਾ ਬਣਾ ਲਿਆ। ਜਿਹਨੂੰ ਉਹਨੇ ਆਪਣਾ ਬਣਾ ਲਿਆ, ਜੋ ਹਰ ਕਾ ਪਿਆਰਾ ਸੋ ਸਭਨਾ ਕਾ, ਉਹ ਸਾਰਿਆਂ ਦੇ ਪਿਆਰੇ ਹੋ ਗਏ। ਪਰਮਾਤਮਾ ਕੀ ਹੈ? ਰਹੀਮ, ਸਾਚਾ ਸਾਹਿਬ, ਸਦ ਮਿਹਰਬਾਨ, ਰਹਿਮ ਕਰਨ ਵਾਲਾ ਹੈ, ਸਦਾ ਹੀ ਮਿਹਰਬਾਨ ਆ। ਉਹ ਸਦਾ ਹੀ ਰਹਿਮ ਦੇ ਘਰ ਵਿੱਚ ਰਹਿੰਦਾ ਹੈ। ਬਸ ਕੋਈ ਚੋਰ ਕਹਿ ਦੇ ਜੀ ਮੈਂ ਚੋਰ ਸੀ, ਬਸ ਹੁਣ ਬਖਸ਼ ਦਿਓ। ਕੋਈ ਮੰਨ ਲਵੇ ਮੈਂ ਰਾਖਸ਼ ਸੀ, ਕੋਈ ਮੰਨ ਲਵੇ ਮੈਂ ਠੱਗ ਸੀ, ਉਹ ਸਾਰੀਆਂ ਮਾੜੀਆਂ ਬਿਰਤੀਆਂ, ਦੁਰਮਤ ਮਲ ਕੱਢ ਕੇ ਤੇ ਉਹਦੇ 'ਚ ਚੰਗੇ ਗੁਣ ਟਿਕਾ ਕੇ ਆਪਣਾ ਰੂਪ ਬਣਾ ਲੈਂਦਾ ਹੈ, ਆਪਣਾ ਸੰਤ ਭਗਤ ਬਣਾ ਲੈਂਦਾ ਹੈ, ਔਰ ਉਹਨੂੰ ਇਤਿਹਾਸ ਵਿੱਚ ਅਮਰ ਕਰ ਦਿੰਦਾ ਹੈ। ਇਹ ਉਹਦਾ ਗੁਣ ਹੈ। ਪਰ ਕੋਈ ਮੰਨ ਲਵੇ, ਚਤਰਾਈਆਂ ਨਾ ਕਰੇ, ਕੋਈ ਕਵੇ ਤਾਂ ਬਾਹਰ ਹੀ ਮੈਂ ਪਤਾ ਨਹੀਂ ਕਿੱਥੇ ਪਾਪ ਕੀਤਾ, ਗੁਰੂ ਕਿਹੜਾ ਉੱਥੇ ਨਾਲ ਸੀ, ਗੁਰੂ ਨੇ ਕਿਹੜਾ ਇੱਥੇ ਆ ਕੇ ਜੇ ਕੋਈ ਸਫਾਈਆਂ ਦੇਵੇ, ਨਹੀਂ ਨਹੀਂ ਜੀ ਤੁਹਾਨੂੰ ਭੁਲੇਖਾ ਲੱਗ। ਸਤਿਗੁਰੂ ਕਹਿੰਦੇ ਮੈਨੂੰ ਭੁਲੇਖਾ ਨਹੀਂ ਲੱਗ ਸਕਦਾ, 24 ਘੰਟੇ ਮੈਂ ਤੇਰੇ ਨਾਲ ਰਹਿਣਾ, ਕਿਵੇਂ ਭੁਲੇਖਾ ਲੱਗੇਗਾ? ਤੈਨੂੰ ਭੁਲੇਖਾ ਲੱਗਿਆ ਵੀ ਮੈਂ ਨਾਲ ਨਹੀਂ, ਤੈਨੂੰ ਭੁਲੇਖਾ ਪੈ ਗਿਆ ਵੀ ਮੈਂ ਗੁਰਦੁਆਰੇ ਮੰਦਿਰ 'ਚ ਹੀ ਹਾਂ, ਪਰ ਮੈਂ ਤਾਂ ਨਾਲ ਹੀ ਸੀ ਭਾਈ। ਜਦੋਂ ਤੂੰ ਕਤਲ ਕਰ ਰਿਹਾ ਸੀ ਉਦੋਂ ਵੀ ਨਾਲ ਹੀ ਸੀ, ਤੂੰ ਜਿਸ ਦਿਨ ਚੋਰੀ ਕਰ ਰਿਹਾ ਮੈਂ ਉਦੋਂ ਵੀ ਨਾਲ ਹੀ ਸੀ, ਕਿਸੇ ਦੇ ਪਰਾਏ ਹੱਕ ਮਾਰ ਰਿਹਾ ਸੀ ਮੈਂ ਤੇਰੇ ਨਾਲ ਅੰਦਰ ਹੀ ਬੈਠਾ ਸੀ, ਮੈਂ ਵੇਖ ਰਿਹਾ ਸੀ, ਲਿਖ ਰਿਹਾ ਸੀ ਨਾਲ ਨਾਲ। ਕੱਲ ਕਿਤੇ ਮੁੱਕਰ ਨਾ ਜਾਏ ਤੂੰ। ਇੱਕ ਇੱਕ ਮੂਵਮੈਂਟ, ਇੱਕ ਇੱਕ ਪਲ ਦੀ ਰਿਪੋਰਟ ਆ ਮੇਰੇ ਕੋਲ, ਕਿਵੇਂ ਮੁੱਕਰੇਗਾ?
खिन खिन भुलनहार जिहड़ी गल है ना, एक एक खिन का महाराज साहब को रिकॉर्ड पिया, किवें मुकरांगे। हाँ उत्थे फिर यही हो सकता भी होइयां जाने अनजाने होइयां बख्श दिओ, उत्थे बहस नहीं करनी, उत्थे दा भी बख्श लै, बस बख्श लै सतगुरु नानक पार उतार, बख्श लो। फिर वो भी पाड़ दिंदा। धर्म राय जब लेखा मंगे तो क्या मुख, जदों लेखा मंगदा की मुख लैके जाएगा। धर्म राय दर कागद फारे, जिहदा वकील गुरु नानक साहब जी ने अपना गुरु नूं समर्पण किया, उन्हां दे कागज वो पाड़ के भी सिटदा है भी भाई तेरी सिफारिश ही बहुत वड्डी आ गई, हुण मैं दा की लेखा वेखना। बरी हो जाते हैं लोग। सतगुरु परमात्मा गुरु गोबिंद सिंह साहब कह रहे हैं परमात्मा रहम दिल है। और एक गल याद रखनी, धन गुरु गोबिंद सिंह साहब भी रहम दिल ने। साडे बच्चे, साडी मां दुश्मनां दे हथ आई, शहादतां दे जाम पीने पए। साडे हथ विच दुश्मनां दे बच्चे परिवार आए, किड्डा रहम दिल। खालसा भी रहम दिल है। खालसे नूं सिखाया नहीं, जिवें असीं अपनियां इस्त्रियां औरतां दी इज्जत करदे हां, दुश्मन दी औरत दी भी इज्जत होवे। एक बारी डोला लुट के लै गए दुश्मन दा आनंदपुर साहब। महाराज ने पूछा डोले च कौन? कहंदे जी फलाना अपना जिहड़ा दुश्मन है ओदा डोला। ना ना ना, महाराज कहंदे दुश्मनी उहदे नाल जिद्दे मैदाने जंग च आया, दो हथ करांगे पर किसी दी इज्जत में लैके आउणी ये घर इजाजत नहीं दिंदा। जिवें लैके आयो बा इज्जत उवें छड्ड गया। ये रहम दिल है। इत्थे गरीब मजलूम लोड़वंद अबला ते जुल्म नहीं किसी ते भी नहीं किया जाता। कोई चढ़ के आवे फिर जिहो जी भाषा अगला पढ़ रहा तो उहो जी बोलनी पैंदी आ। तो सतगुरु नमस्तंग रहीमे, तू रहम दिल है परमात्मा, तां तैनूं नमस्कार। नमस्तंग करीमे, करीम दा अर्थ हुंदा बख्शिश करन वाला। तू सब ते बख्शिश करदा, तू दयाल है, तू मेहरबान है। भगत नामदेव साहब दा बचन भी है, करीमा रहीमा अलह तू गनी। तू करीम भी है, तू रहीम भी है, तू बख्शिश करने वाला भी है, तू रहम दिल भी है। और रहम दिल ही बख्शिश कर सकता है। जिहदा दिल कठोर होवे वो किसी दे बख्शिश की करेगा। जिहदा दिल रहमत दे नाल भरिया होया, रहम दिल तरस नाल भरिया, दया नाल भरिया। साडे तां जे महाराज ने कहा धौल धर्म दया का पूत, जिस दिन पंज प्यारियां दी चोण हुई सब तो पहला कौन आया? दया आई। ते दया की है? रहम। ये रब का गुण है। रब ने अपने गुण खालसे में टकाए, ताई तो महाराज साहब ने कहा प्रगट्यो खालसा परमात्मा की मौज। ए खालसा तेरा संबंध रब नाल जोड़िया, रब वर्गे गुण तेरे च रखे मैं। कदे पड़चोल करके वेखी, कदे तू विश्लेषण करके वेखी, एक पासे रब दे गुण एक पासे खालसे दे गुण। मैं तेनू रब का स्वरूप बनाया, तेरा संबंध रब नाल जोड़िया। रब नाल जुड़दा ही वो आ जिहदा सुभाव रब वर्गा होवे, जिहदे च गुण रब वर्गे होण। रब सच है तो कोई बंदा झूठ मन विच लैके किवें कवे भी मैं जुड़ जाऊंगा, किवें जुड़ेगा वो? रब तां रहम दिल है। कोई अंदर पाप वाली बिरती रख के कवे रब नाल जुड़ जाऊंगा, किवें? रब वर्गे गुणा वाला ही रब नाल जुड़दा है। इसलिए तेनू नमस्कार, क्योंकि तू बख्शिश करने वाला है। नमस्तंग अनंत, अनंत का अर्थ हुंदा बेअंत। परमात्मा मैं तेनू तां मत्था टेकदा, अकाल पुरख मैं तां मत्था टेकदा कि तेरा कोई अंत नहीं पा सकता। अंत ना सिफती कहण ना अंत, अंत ना करना देण ना अंत, अंत ना वेखण सुनना अंत, अंत ना जापै क्या मन मत एहो अंत ना जाना कोई। जपजी साहब की पौड़ी उस बेअंतता का जिक्र कर रही है कि उस बेअंत, उस अनंत परमात्मा का भाई कोई अंत नहीं पा सकता। तेरा अंत ना पाया सुरग मच पयाल जियो, कोई तेरा अंत नहीं पा सकता। तू दरियाओ दाना बीना मैं मछली कैसे, तू ठाकरो बैरागरो हौसार ना जाना तेरी राह। तू इन्ना वड्डा ठाकुर ते एडा वड्डा सागर समुंदर है, मैं तेरा अंत ही नहीं पा सकता। समुंदर की तरह तू इन्नी गहराई विच है, डूंघाई विच है, चौड़ाई विच है, लंबाई विच है। जे समुंदर का अंत नहीं, समुंदर बनाउण वाले का अंत किवें पालांगे? समुंदर उसे नहीं बनाया ना। नमस्तंग अनंत परमात्मा, अंत ना कारण केते बिललाहे, अंत ना अंता सदा बेअंता, कहो नानक ऊंचो ऊंचा। उस परमात्मा का भाई वो महान तो भी महान है, तो उसका किसी ने भी अंत नहीं पाया। नमस्तंग महंते, महंत का अर्थ कई विद्वाना ने बुजुर्ग भी किया, सियाणा भी किया। मैं
फिर वही गल आ गई कि एक एक शब्द के बड़े बड़े अर्थ ने। कोई आपां अंतम में फैसला नहीं कर रहे भी बस आही आही जिहड़ा इहदा अर्थ बनदा। अज बड़े प्रचारक आ जिहड़े ठोक बजा के छाती ते हथ मार मार कहंदे भी जो मैं कह के चले ही सच है, इस तो अगे कुछ नहीं, ना इस तो पहला कुछ है ना इस तो बाद कुछ है। वो एवें पता नहीं कदा मान कर रहे आ। पर सतगुरु आप अपनी बुद्ध है जेती बरनत भिन्न भिन्न तो तेती। इस पावन पवित्र बाणी का कोई हद बना नहीं। परमात्मा तू सब तो वड्डा है, तेरी बराबरी कोई नहीं कर सकता, इसे करके तू निर्भौ ते निर्वैर है। मैं वेख्यो री ऊंचा मोहन सब ते ऊंचा। गुरु अर्जन साहब कहते मैं वेख्या मेरा मोहन, मेरा परमात्मा, मोहन का अर्थ है मन नूं मोह लैण वाला। मेरा परमात्मा सब तो ऊंचा और ओदे तो उच्चा मैनू होर कोई नज़र ही नहीं आया, ओदे तो वड्डा। तुसी गुरु अर्जन साहब का इतिहास पढ़ो, जदों भी किते कोई शरीरक कोई आदि व्याधि उपाधि आई, भावें बालक हरगोबिंद साहब नूं बड़ियां मुश्किलों ने घेरिया, भावें गुरु अर्जन साहब नूं आप बड़ियां मुश्किलों ने घेरिया, एक दिन भी घबराए नहीं। एक दिन उन्होंने कोई होर उपाय नहीं किया, किसी होर अगे झोली नहीं अड्डी, किसी होर नूं ध्याया नहीं। जदों भी कोई कष्ट आया, आदि आई, व्याधि आई, उपाधि आई, तिन्ने तापां विचों कुछ भी आया, उन्होंने कोई गल कही, मैं सब कुछ छोड़ प्रभ तो ही त्याया। परमात्मा की अरदास की, किसी होर अगे अरदास नहीं की। परमात्मा तू इन्ना वड्डा, तू सच्चा साहिब अत वड्डा, तोहे जेवड़ तू वड वड्डे, तू इन्ना वड्डा इन्ना उच्चा, तेरे जिड्डा कोई नहीं, केवल तू ही, तेरी बराबरी कोई नहीं कर सकता। चित्त दे विच जे ये विचार हर वेले बनिया रहिंदा है, ये रब सब तो वड्डा है, रब जिड्डा है ही कोई नहीं। तू आद पुरख अपरंपर करता जी, तुद जेवड़ अवर ना कोई। मैं चारे कुंडा भालियां, तुद जेवड़ ना साइयां, तेरे जिड्डा कोई नहीं। सुरत दे अंदर हर वेले गुरबाणी का फिर प्रवाह चलता रहे। जदों इंसान ये गल मन लैंदा है, फिर गुरु हर वेले नाल होएगा। परमात्मा दा भेजिया होया शब्द जो गुरु ने दिता वो हर वेले नाल रहेगा, क्योंकि गुरु दा बचन ही गुरु है, बाणी गुरु गुरु है बाणी। ते जे गुरबाणी दी विचार सुरत दे अंदर पक्का हो जाए तो फिर समझो गुरु सदा अंग संग है। ये मन मनदा है वाहिगुरु तू सदा बेअंत है, तू वड्डा वड्डियां तो वड्डा, सब दा मालक, तेरे तो वड्डा कोई है ही नहीं, तेरी बराबरी कोई नहीं कर सकता। इसलिए मैं तेनू नमस्कार करदा। नमस्तंग रागे, राग दा अर्थ प्रेम। तू प्रेम दी मूर्त है, तू प्रेम प्रेम तेरे गुणा विचों एक वडमुला अहम गुण है। और ऐसे करके धन गुरु गोबिंद सिंह साहब ने कहा, साच कहो बड़े लोगों ने बड़े होर यत्नां नाल जिन्हां ने पाउण दा उहनूं यतन कीता, वो सारियां दा ही जिक्र कीता। नाल ये कह दिता कूर किरिया उरजो सब ही जग। वो कूड़ किरिया विच लोग उरजे होया, कारण की रब मिल जाए। पर रब किवें मिलदा? सच कहो सुन लेहो सबै। हुण आ देखो किड्डी विशालता आ गई, सिखां नूं थोड़ा क्या कलिया। सुन लेहो सबै, दुनिया वाले कन खोल के सुन लो, मैं एक सच तुहानूं कहण लग्या। सब ने कन ला के सुनिया गुरु गोबिंद सिंह की कह रहा। ते जदों सुनिया महाराज ने कहा, जिन प्रेम कियो तिन ही प्रभ पायो। इहनूं हुण रब नूं प्रेम कर, भावें हिंदू है, मुसलमान, सिख, ईसाई, जैनी, बौद्धी, कोई भी होवे, रब प्रेम नाल मिलेगा, क्योंकि रागे वो प्रेम दा मूर्त है। प्रेम दी ओदी विलख ओदे गुणां विचों एक प्रेम अहम गुण है, जिहदे विच ओह गुण होएगा रब नूं पा लेगा। परमात्मा दूजी गल यह है, परमात्मा किसे नाल वितकरा, कोई नफरत, ये नहीं भी एक नाल प्रेम एक नाल नफरत। उत्थे कर्मी कर्मी होए विचार है, उत्थे कर्मी आपो अपनी के नेड़े के दूर, वो नहीं नफरत करता, वो तो सारियां नूं प्रेम की नज़र नाल ही वेखदा है। सारियां विच प्रेम उहदा वरत रहा है, क्योंकि परमात्मा प्रेम स्वरूप है। इसलिए उहनूं नमस्कार। नमस्तंग सुहागे, सुहागे का अर्थ चंगे भागां वाला, चंगे प्रताप वाला। सतगुरु पातशाह जी का बड़ा तेज प्रताप है। वाहिगुरु तू चंगे भागां वाला, तेरे जिन्ने चंगे भाग किहदे हो सकदे, तेरे जिन्ना तेज प्रताप किहदा हो सकदा। मैं तां तैनूं नमस्कार कर रहा, तेरे अगे तां झुक रहा, तू इन्ने तेज प्रताप वाला है। पीर पैगंबर शेख मसाइक औलिए ओत पोत निरंकार घट घट मौलिए, जिन्ने पीर पैगंबर, जिन्ने शेख, जिन्ने औलिए ने, सब तेनूं नमस्कारां कर रहे हैं।
तेरे तेज प्रताप दे अगे झुक रहा। वाहिगुरू तेरे दर ते पीर पैगंबर देवी देवते औलिए सब तेनू नमस्कारा कर रहा। अनक ब्रह्म में जाके वेद धुन ध्यान करे। एक ब्रह्मा जी की गल नहीं, अनक ब्रह्म में जिन्ने भी वेदां नूं उचारन वाले अनक महेश बैस ध्यान धरै। महेश शिव जी भगवान, पता नहीं अणगिणत शिव भगवान वर्गे तेरा ध्यान धर रहे आ। तेरे तेज प्रताप अगे नमस्कारा कर रहे आ। अनक इंद्र अनक पुरख अंसा अवतार, अनक इंद्र उबे दरबार, पता ही नहीं किन्ने क अवतार तेनू ध्यान रहे आ, किन्ने क इंद्र तेनू तेरा ध्यान धर रहे आ। इसे करके धर रहे आ क्योंकि तेरा तेज प्रताप सब तो वड्डा है, तां तेरा ध्यान धरिया जा रहा। मालक तू सारियां दा, सारियां नू प्यार करदा है। तेरा तेज प्रताप सब तो वध है। कोई ऐसा नहीं जेड़ा तेरे नाल जिद कर सके, तेरी बराबरी कर सके, तेरे नाल बहस कर सके। सूरज दे सामने करोड़ां दीवे बाल के रख दो, पर सूरज की रोशनी का मुकाबला कोई नहीं कर सकता। अरबां दीवे बाल के रख दो, सूरज सूरज ही है, परमात्मा परमात्मा ही है। अणगिणत ओदे पीर पैगंबर औलिए आ जान, पर ओदी बराबरी नहीं कोई कर सकता, क्योंकि वह परमात्मा एडा बेअंत है। वो परमात्मा जेड़ा है वड्डे भागां वाला, तेज प्रताप वाला। दूसरा शब्द है सुहागे। सुहाग असीं समझदे आ सुहागण, बांह च चूड़ा, सूहा सूट सूहे रंग दा, मांग च संदूर, ये सुहागण दीयां निशानियां ने। साडी रहत मर्यादा भी कहती है, जे किते पहले विआह दे विच कोई भी किसी तरह का विघन पै गया, अज बड़े पै रहे आ, जां जीवन साथी चलाना कर जाए, तो दूसरे पुनर विआह की सानू इजाजत है। पर उत्थे क्या जाता कि दूजी बार विआह होया, दूसरी बार विआह हो रहा है, दूसरी बार ये सारा कुछ हो रहा है, उत्थे ये गल आउंदी है। पर परमात्मा तेनू नमस्कार सुहागे, जेड़े भी तेरे सुहागण बने, जिन्नियां भी जीव रूप इस्त्रियां सुहागण वर्गे, जिन्हां ने तेनू वरिया, जिन्हां ने तेनू पाया, उन्होंने ये नहीं किया कि मैनू पहला तो परमात्मा ने भगत रविदास जी नाल जिहड़ी वो शादी की, फिर किते भगत कबीर साहब कहण वो मेरे कोल आया, फिर मेरे नाल उन्हें नवीं दूजी शादी की, उन्हें जिहदे नाल भी की, नवीनता विच ही है। परमात्मा ने जिहदे नाल भी जिन्हों वरिया ना, वो पहली बारी होया नवीनता। कबीर साहब ने तक बड़े कमाल का शब्द किया, इंसान याद रखियो, इंसान का जिंदगी च 3 बार विआह हुंदा है। 3 विआह ने हर बंदे दे, पर 3 किसे किसे दे हुंदे आ। पहला विआह तो बच्चे बच्ची का, जिन्हों मारे कहंदे आ विआह हुआ मेरे बाबला गुरमुख है हर पाया। ये विआह विचों कोई एक अद्धा रहिंदा नहीं, तकरीबन सारियां दा हो जांदा है। दूसरा विआह हुंदा है जिन्हों बाबा फरीद साहब ने कहा, जिंद वहोटी मरण वर लै जासी परनाए। साडी जिंद वोटी बनती है, मौत लाड़ा बन के आउंदी है ते वर के लै जांदी है। इस विआह तो कोई बच ही नहीं ना सकता। ये तो रावण नूं भी ये विआह कराउणा पिया, सिकंदर नूं भी कराउणा पिया, वड्डे वड्डे धनवान हुक्मरान पहलवानां नूं ये विआह कराउणा पिया, तो कोई नहीं बच सकिया। ते जिहड़ा तीजा विआह जिहदा जिक्र हुण कबीर साहब करन लगे आ, वो कहंदे मेरा होया, ये विआह है आत्मा ते परमात्मा दा। ये किसे किसे दा हुंदा है। ये जेड़े 15 भगत गुरु ग्रंथ साहब च बैठे आ, ये सारियां दा ही होया होया, सारियां नूं उस परमात्मा ने वरिया। कबीर साहब तां कहंदे मैं मौत उड़ीक रिहा सी, मेरे चंगे भाग मैनूं परमात्मा विआउण वास्ते आ गया। मैनूं तां ऐसी मौत हुण भी आई, भल के आई, पर परमात्मा आ गया। उन्होंने बचन किया, ते जिथे परमात्मा विआउण जावे वो बरात किहो जी होएगी। जे वो विआह बड़ा अद्भुत है, बड़ा अजीब किस्म का विआह है, उसकी बरात भी अजीब किस्म की होएगी। उत्थे फिर वेस किहो जिहा होएगा, कपड़े किहो जिहे होणगे, बराती किहो जिहे होणगे, उत्थे पकवान किवें दे, उन्हां उस बरात च आएगा कौन कौन। उन्हां दा बचन है आसा राग च, तन रैनी मन पुनरप कर हो पांचो तत्त बराती। कहंदे मैं तन नूं अपनी भट्ठी बनाया, इसे भट्ठी च मन नूं लाल रंग विच रंग लिया। पांचों तत्त बराती जेड़े 5 दैवी गुण ने वो बराती बन के आए। 7 संदोख दया धर्म धीरज ये गुण बराती ने। उत्थे राम राय स्यों भावर लै हो आत्म तेह रंग राती। भावर दा अर्थ हुंदा फेरे लावां। नाभि दे दुआले जिहड़ी बेदी है ना, सनातन मत दे विच अग बाली जांदी है, बेदी उहनूं बेदी कहंदे, ओहदे दुआले फेरे हुंदे आ। कबीर साहब कहंदे अज रब विआउण वास्ते आया, मैनूं विआह वेखो हुंदा अज। वो कहन लगे राम राय स्यों भावर लै हो, कहंदे हुण मैं जगत पति परमात्मा नाल लावां लै रही हां।
5 गुण बराती आए ने, मन नू तन दी भट्ठी विच पा के मैं रंग लिया है, मेरा आत्मा उस पति दे प्यार विच रंगिया गया। ते मैं फिर खुशी विच सारियां नू क्या, गाओ गाओ री दुल्हनी मंगलचारा। हे सखियो, हे ये दैवी गुणों जिन्ना करके अज परमात्मा दा मिलाप हो रहा, उन्हां नू कह रहा गाओ गाओ, तुसी भी उस रब दियां सिफतां गाओ, मेरी मदद करो, अज मेरे नाल खुशियां विच वाधा करो, तुसी इन्ने खुशी दे गीत गाओ क्योंकि मैनू अज मेरा पति वरन वास्ते आया है, अज मेरी आत्मा नू परमात्मा व्याउण वास्ते आया। गाओ गाओ री दुल्हनी मंगलचारा, मेरे ग्रह आए राजा राम पधारा, क्योंकि मेरे हृदय घर विच मेरा पति जगत दा मालक परमात्मा अज व्याउण वास्ते आया मेरी आत्मा। अगले वचन, नाभ कमल मैं बेदी रच ले ब्रह्म ज्ञान उचारा। कहते हो जड़ी नाभि धुनी इनू बेदी बना ला, इस बेदी दे दुआले फिर उस परमात्मा नाल तेरियां लावां होणगियां। सनातन मत बाहर अग बाल के बेदी कहता ये दुआले फेरे लो, पर महाराज कह रहे आ नाभ कमल मैं बेदी रच ले। आ नाभि जिथे सब कुछ पिया है, ये मैਡੀਟੇਸ਼ਨ करने वाले जानते हैं, जो वो ध्यान लाउंदे लाउंदे नाभि तक आउंदे आ, इत्थे करोड़ां ब्रह्मंडां दा ज्ञान सारे जन्मां दी फाइल इत्थे पई आ, ते इस नाभि दे दुआले कहंदे ने अज फेरे हुए ब्रह्म ज्ञान उचारा। उत्थे कहंदे ने ब्रह्म ज्ञान जिहड़े विआह दे मंत्र वो ब्रह्म दे गीत गाए गए, उस परमात्मा का गीत ज्ञान विचारिया गया। राम राय से दुल हो पायो असवड भाग हमारा, अज मेरे इन्ने चंगे भाग क्योंकि मैं उस राम राय नू पा लिया है, उस संसार के मालक नू मैं वर लिया, मैं पा लिया, उस परमात्मा वर्गा लाड़ा मैनू मिल गया जिन्हें मैनू ब्याह लिया है। ते कहन लगे सुर नर मुन जन कौतक आए, कोट ते 30 ओजाना। आ सारे बराती ने कोट, वो कहते ने करोड़ा 33 करोड़ देवी देवते ओजाना जिहड़े ने विबान सुर नर दैवी गुणा वाले बंदे, जिन्नियां देव शक्तियां दैवी गुण दैवी रूहां सारियां ही इस बरात विच हाजिर होईयां। विआह बड़ा अजीब किस्म का, बाहरलियां बरातां ते किसी दे 500 बंदा 1000 बंदा बड़ा कुछ असीं वेखदे आ, वड्डे लोकां दे 10-10 हज़ार बंदा भी आ जांदा है। कबीर साहब कहंदे मेरे विआह दे विच 33 करोड़ देवी देवता आया। कैसा विआह होएगा, क्योंकि परमात्मा अज वरन वास्ते आया। और उन्हें क्या, राम राय से दुलों पायो असबड़ भाग हमारा, सुर नर मुन जन कौतक आए, कोट ते 30 ओजाना। कहन लगे जेड़े उस परमात्मा दे विमाना विच चढ़ के आए, उच्चियां उडारियां लाउण वाले आए हैं, प्रभु चरना विच जुड़न वाले आए ने, सुर नर मुन जन, ये सारे लोग बराती बन के आए। इहो जी बरात विच होया कि कहो कबीर मोहे व्याहे चले हैं पुरख एक भगवाना। आ देखो दुनिया वालियो, कबीर जीव आत्मा सुहागण बनी, पति परमात्मा लाड़ा बन के आया। एवो जी अद्भुत अजीब किस्म की बरात लैके आया, तो मैनू व्याह के अपने देश लै गया, मैनू व्याह के अपने घर लै गया। ये व्याह किसे किसे दा हुंदा, कोटन मैं को विरला सेवक, किस करोड़ां विचों किसे विरले दा नहीं। 2 व्याह तां तकरीबन सब दे हो जांदे आ, एक व्याह चों भी कोई रह जांदा ते मौत ने जिन्हों वरना उस व्याह तो कोई नहीं बचदा, वो तो कोई नहीं बचदा। इसलिए परमात्मा नमस्तंग सुहागे, तेरे वर्गा सुहाग कोई नहीं। जिन्हों जिहदा सुहाग परमात्मा बन जाए वो कदे विधवा नहीं हो सकता, वो कदे उन्होंने रंडेपा नहीं कटना पएगा। जिहदा कंत सुहेलड़ा, जिहदा पति परमात्मा, क्योंकि पति ने मरना ही नहीं, विधवा किवें, फिर रंडेपा कित्थों आवे, ना वो मरे ना होवे सोग। जिहदे पति ने मरना ही नहीं, फिर वो विधवा किवें हो सकती है। इसलिए भाई असी जीव रूप सुहागना, इस जग में पुरख एक है, होर सगली नार सुबाई। आपां सारी जीव रूप स्त्रियां, पति परमात्मा परमेश्वर है। गुरु ग्रंथ साहब नूं विचोला बना के अपना रिश्ता परमात्मा नाल जोड़ लईए, ताकि वह सानू भी व्याह के अपने देश लै जाए। जिन्हों परमात्मा, जिस परमात्मा नूं गुरु गोबिंद सिंह नमस्कारां कर रहे आ, किते साडा भी रहना बसेरा उहदे घर विच हो जाए, जिथे जन्म, जिथे मृत ना जन्म जरा, जिथे मौत जन्म की गल ही नहीं है, जिथे दुख रोग संताप डर भै चिंता कुछ है ही नहीं, किते उस घर दे असीं वसेबे विच आ जाइए, तां इह जीवन लोक सुखीए परलोक सुहेले। नानक हर प्रभ आपे मेले दे असीं भागी बन सकदे आ। तमाम भुलां चुकां दी खिमा सतगुरु किरपा करन।
ਸਾਰਿਆਂ ਦੀ ਸਾਂਝ ਉਸ ਪਰਮਾਤਮਾ ਨਾਲ ਬਣੇ। ਸਾਂਝ ਬਣਨੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਰਾਹੀਂ, ਬਾਣੀ ਦੇ ਰਾਹੀਂ, ਸ਼ਬਦ ਦੇ ਰਾਹੀਂ, ਸੇਵਾ ਦੇ ਰਾਹੀਂ, ਸਿਮਰਨ ਦੇ ਰਾਹੀਂ। ਸੇਵਾ ਤੇ ਸਿਮਰਨ ਨੂੰ ਆਪਣੇ ਜੀਵਨ ਦਾ ਅੰਗ ਬਣਾਓ ਤਾਂ ਕਿ ਹੌਲੀ ਹੌਲੀ ਚਲਦੇ ਚਲਦੇ ਘਾਲਦੇ ਅਸੀਂ ਪਰਮਾਤਮਾ ਤੱਕ ਪਹੁੰਚ ਸਕੀਏ ਤੇ ਸਾਡਾ ਮਨੁੱਖਾ ਜੀਵਨ ਸਫਲ ਹੋ ਸਕੇ। ਭੁੱਲਾਂ ਚੁੱਕਾਂ ਦੀ ਖਿਮਾ। ਸਾਰੀ ਸੰਗਤ ਆਨੰਦ ਸਾਹਿਬ ਦੀ ਬਾਣੀ ਵਿੱਚ ਹਾਜ਼ਰੀ ਲਵਾਓ। ਅਰਦਾਸ ਬੇਨਤੀ ਵਿੱਚ ਜੁੜਾਂਗੇ ਜੀ। ਕੋਈ ਰਸਨਾ ਵਾਂਝੀ ਨਾ ਰਹੇ। ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ।